तेग बहादुर के चलत भयो जगत को शोक। है सब जग पयो जय 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 सुरलोक। दीन दर्द दुख भंजना घट घट नाथ अनाथ। शरण तुम्हारी आयो नानक के प्रभु साथ। सुखाओ टल गुर से ही है अहनिस सहज सुभाए। दर्शन परसै गुरु के जन्म मरण दुख जाय। होवै सिफत खसामदी नूर अरसों कुरसों। तुद डिठे सचे पातशाह मल जन्म जन्म दी। तुद डिठे सचे पातशाह मल जन्म जन्म दी कटिया। बिखेन स्यों काहे रचयो निमख न होए उदास। कहो नानक भज हर मना पर न जम की फास। वाहिगुरु जी का खालसा वाहिगुरु जी की फतेह। पतत पावन किरपा निधान सतगुरु गरीब नवाज। गुरु ग्रंथ साहिब पातशाह जियां दी पवित्र पावन हजूरी दा आनंद मान रही गुरु की संगत। सतगुरु किरपा करके जिथे सत संगत दा ये समा सानू बख्शिश किता है। जिस दे बाबत महाराज ने बचन कीते बिन भागा सत संग ना लभे। जिस संगत विच आके बैठे हाँ ये भागां तो बिना कर्मां तो बिना ये दात नहीं मिलती है। ਵੱਡੇ ਭਾਗ ਹੋਏ ਜੋ ਸਤ ਸੰਗਤ ਵਿੱਚ ਆ ਕੇ ਮਿਲੇ ਹਾਂ। ਸਤਿਗੁਰਾਂ ਨੇ ਰਹਿਮਤ ਕੀਤੀ ਹੈ। ਗੁਰਬਾਣੀ ਦੇ ਕੀਰਤਨ ਦੀਆਂ ਦਾਤਾਂ ਸਰਵਨ ਕਰਕੇ ਮਿਲਿਆ ਹੋਇਆ ਇਹ ਮਨੁੱਖਾ ਜਨਮ 'ਤੇ ਮਿਲਿਆ ਸਮਾਂ ਸਫਲਾ ਬਣਾਇਆ ਹੈ। ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀਆਂ ਦੇ ਸ਼ਹੀਦੀ ਦਾ ਦਿਹਾੜਾ ਜੋ ਆਪਾਂ ਨੂੰ 17 ਤਰੀਕ ਨੂੰ ਪ੍ਰਾਪਤ ਹੋ ਰਿਹਾ ਹੈ ਤੇ ਇਸ ਦੇ ਸੰਬੰਧ ਵਿੱਚ ਆਪਾਂ ਮਹਾਰਾਜ ਸਾਹਿਬ ਜੀਆਂ ਦੀ ਗੁਰਬਾਣੀ ਜਿਸ ਨੂੰ ਨਾਵੇਂ ਮਹੱਲੇ ਦੇ ਸਲੋਕ ਆਖਿਆ ਜਾਂਦਾ ਹੈ ਜੋ ਭੋਗ ਦੇ ਸਮੇਂ ਆਪਾਂ ਸਰਵਨ ਕਰਦੇ ਹਾਂ ਤੇ ਇਸ ਬਾਣੀ ਦੇ ਸਲੋਕਾਂ ਦੀ ਵਿਚਾਰ ਆਪਾਂ ਸਰਵਨ ਕਰਨ ਵਾਸਤੇ ਗੁਰੂ ਦਰਬਾਰ ਵਿੱਚ ਪ੍ਰਾਪਤ ਹੋਏ ਹਾਂ। ਸਤਿਗੁਰਾਂ ਨੇ ਰਹਿਮਤ ਕੀਤੀ ਹੈ। ਕੱਲ੍ਹ ਵੀ ਆਪਾਂ ਕੁਝ ਇਤਿਹਾਸ ਦੇ ਪੱਤਰੇ ਫਰੋਲੇ ਸਨ, ਸਰਵਨ ਕੀਤਾ ਕੁਝ ਇਤਿਹਾਸ, ਕੁਝ ਬਚਨ ਆਪਾਂ ਅੱਜ ਮਹਾਰਾਜ ਦੇ ਇਤਿਹਾਸ ਵਿੱਚੋਂ ਸਰਵਨ ਕਰਾਂਗੇ। ਨਾਲ ਮਹਾਰਾਜ ਸਾਹਿਬ ਦੀਆਂ ਨੇ ਜੋ ਸਾਨੂੰ ਗੁਰਬਾਣੀ ਦੇ ਸਲੋਕ ਬਖਸ਼ਿਸ਼ ਕੀਤੇ। ਲੋਹੇ ਦੇ ਪਿੰਜਰੇ ਦੇ ਅੰਦਰ ਮਹਾਰਾਜ ਬੰਦ ਨੇ। ਸਤਿਗੁਰੂ ਪਾਤਸ਼ਾਹ ਦਿੱਲੀ ਦੀ ਧਰਤੀ ਵਿਖੇ ਬਿਰਾਜਮਾਨ, ਉੱਥੇ ਬਾਣੀ ਉਚਾਰਦੇ ਪਏ। 5 ਸਿੱਖ ਮਹਾਰਾਜ ਜੀਆਂ ਦੇ ਨਾਲ ਨੇ। ਭਾਈ ਮਤੀ ਦਾਸ ਜੀ, ਭਾਈ ਦਿਆਲਾ ਜੀ, ਭਾਈ ਸਤੀ ਦਾਸ ਜੀ, ਭਾਈ ਗੁਰਦਿੱਤਾ ਜੀ। ਇਹ ਉਹਨਾਂ ਸਿੰਘਾਂ ਦੇ ਨਾਮ ਜਿਹੜੇ ਮਹਾਰਾਜ ਦੇ ਨਾਲ ਜਦੋਂ ਸਿੰਘਾਂ ਦੀ ਸ਼ਹਾਦਤ ਦਾ ਬਚਨ ਹੋਇਆ ਤੇ ਇਹਨਾਂ 2 ਸਿੰਘਾਂ ਨੂੰ ਮਹਾਰਾਜ ਨੇ ਆਖਿਆ, ਭਾਈ ਜੇ ਤੁਸੀਂ ਜਾਣਾ ਚਾਹੁੰਦੇ ਹੋ ਨਾ, ਬਾਬਾ ਗੁਰਦਿੱਤਾ ਜੀ ਬਾਬਾ ਬੁੱਢਾ ਸਾਹਿਬ ਦੀ ਕੁਲ ਦੇ ਵਿੱਚੋਂ 6ਵੀਂ ਥਾਂ 'ਤੇ ਸਨ, 6ਵੀਂ ਪੀੜ੍ਹੀ ਵਿੱਚ। ਜੇ ਆਪ ਜਾਣਾ ਚਾਹੁੰਦੇ ਹੋ ਤਾਂ ਜਾ ਸਕਦੇ ਹੋ। 2 ਸਿੱਖ ਮਹਾਰਾਜ ਦੀ ਆਗਿਆ ਪਾ ਕੇ ਚੱਲਣ ਦਾ ਮਨ 'ਤੇ ਬਣਾਇਆ। ਕਹਿਣ ਲੱਗੇ, ਮਹਾਰਾਜ ਕੈਦ ਵਿੱਚ ਬੰਦ ਹਾਂ, ਹੱਥਕੜੀਆਂ ਲੱਗੀਆਂ ਹੋਈਆਂ, ਦਰਵਾਜ਼ਿਆਂ ਦੇ ਉੱਪਰ ਸਿਪਾਹੀ ਖਲੋਤੇ ਹੋਏ, ਕਿਵੇਂ ਜਾ ਸਕਦੇ ਹਾਂ।
ਪਾਤਸ਼ਾਹ ਕਹਿਣ ਲੱਗੇ, ਜੇ ਤੁਹਾਡੇ ਜਾਣ ਦਾ ਮਨ ਹੈ ਤੇ ਇਹ ਕੈਦਖਾਨੇ, ਇਹ ਸਿਪਾਹੀ, ਇਹ ਹੱਥਕੜੀਆਂ ਬੇੜੀਆਂ ਰੋਕ ਨਹੀਂ ਸਕਦੀਆਂ। ਜੇ ਤੁਸੀਂ ਜਾਣ ਦਾ ਮਨ ਬਣਾ ਲਿਆ, ਜਾਓ, ਚਲੇ ਜਾਓ, ਕੋਈ ਵੀ ਤੁਹਾਨੂੰ ਰੋਕੇਗਾ ਨਹੀਂ। ਮਹਾਰਾਜ ਜੀਆਂ ਦਾ ਬਚਨ ਮੰਨ ਕੇ ਇਹ ਜਿਹੜੇ 2 ਸਿੱਖ ਸਨ, ਮਹਾਰਾਜ ਜੀਆਂ ਦੇ ਉਸ ਵੇਲੇ ਜੇਲ੍ਹ ਦੇ ਵਿੱਚੋਂ ਚੱਲਣ ਵਾਸਤੇ ਤਿਆਰ ਹੋਏ। ਹੱਥਕੜੀਆਂ ਬੇੜੀਆਂ ਆਪੇ ਖੁੱਲ੍ਹ ਗਈਆਂ, ਜੰਦਰੇ ਆਪਣੇ ਆਪ ਜੇਲ੍ਹਾਂ ਦੇ ਖੁੱਲ੍ਹ ਗਏ। ਦੋਨੇ ਸਿੱਖ ਬਾਹਰ ਆ ਗਏ। ਦਿੱਲੀ ਤੋਂ ਹੋ ਕੇ ਅਨੰਦਪੁਰ ਸਾਹਿਬ ਪਹੁੰਚ ਗਿਆ। ਜਦੋਂ ਸਵੇਰ ਦਾ ਸਮਾਂ ਹੋਇਆ, ਸਿਪਾਹੀਆਂ ਨੂੰ, ਕਿਲ੍ਹੇਦਾਰਾਂ ਨੂੰ, ਫੌਜ ਦੇ ਅਫਸਰਾਂ ਨੂੰ ਪਤਾ ਲੱਗਾ ਵੀ ਮਹਾਰਾਜ ਦੇ 2 ਸਿੱਖ ਦੌੜ ਗਏ। ਬੜਾ ਅਸੀਂ ਮਜ਼ਬੂਤੀ ਵਾਲਾ ਪਹਿਰਾ ਲਾਇਆ ਹੈ, ਫਿਰ ਵੀ 2 ਸਿੱਖ ਨਿਕਲ ਗਏ। ਇਹ ਹੁਣ ਬਾਕੀ ਵੀ ਨਾ ਨਿਕਲ ਜਾਣ, ਸਤਿਗੁਰੂ ਵੀ ਨਾ ਕਿਤੇ ਚਲੇ ਜਾਣ। ਇਸ ਕਰਕੇ ਸਮੇਂ ਦੀ ਸਰਕਾਰ ਨੇ ਲੋਹੇ ਦਾ ਪਿੰਜਰਾ ਬਣਵਾ ਕੇ, ਬੜਾ ਮਜ਼ਬੂਤ ਹੈ, ਜਿਹਦੇ ਅੰਦਰ ਬੜੇ ਬੜੇ ਤਿੱਖੇ ਕਿੱਲ ਲੱਗੇ ਹੋਏ, ਪੱਤੀਆਂ ਲੱਗੀਆਂ ਹੋਈਆਂ। ਮਜ਼ਬੂਤੀ ਦਾ ਕਾਰਨ ਇਹ ਬਣਾਇਆ ਗਿਆ ਵੀ ਜਿਵੇਂ ਬਾਕੀ ਸਿੱਖ ਚਲੇ ਗਿਆ, ਕਿਤੇ ਮਹਾਰਾਜ ਨਾ ਚਲੇ ਜਾਣ। ਸਤਿਗੁਰੂ ਜੀ ਆਪਣੇ ਸਿੱਖਾਂ ਨੂੰ ਬਾਹਰ ਕੱਢਿਆ। ਆਪ ਪਾਤਸ਼ਾਹ ਜੀ ਉਸ ਲੋਹੇ ਦੇ ਪਿੰਜਰੇ ਵਿੱਚ ਪਾਤਸ਼ਾਹ ਬਿਰਾਜੇ ਹੋਏ, ਜਿਸ ਦੇ ਵਿੱਚ ਗੁਰਮੁਖੋ ਨਾ ਖੜਿਆ ਜਾਂਦਾ ਹੈ, ਨਾ ਬੈਠਿਆ ਜਾਂਦਾ ਹੈ, ਨਾ ਲੰਮੇ ਪਿਆ ਜਾਂਦਾ ਹੈ। ਅਨੰਦਪੁਰ ਦੀਆਂ ਸੰਗਤਾਂ ਨੂੰ ਅਤੇ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਸਰਬੱਤ ਸੰਗਤ ਦਾ ਭਲਾ ਕਰਨ ਵਾਸਤੇ ਮਹਾਰਾਜ ਜੀ ਇਹ ਜੋ ਬਾਣੀ ਆਪਾਂ ਸਰਵਣ ਕਰਨ ਜਾ ਰਹੇ ਹਾਂ, ਮਹਾਰਾਜ ਉਸ ਪਿੰਜਰੇ ਦੇ ਅੰਦਰ ਬੈਠੇ ਹੋਏ। ਅਤੇ ਇਹ ਬਾਣੀ ਦੇ ਬਚਨ ਜਿਹੜੇ ਆਪਾਂ 9ਵੇਂ ਮਹੱਲੇ ਦੇ ਸ਼ਲੋਕਾਂ ਦੇ ਕਰਕੇ ਜਾਣਦੇ ਹਾਂ, ਇਹ ਬਾਣੀ ਮਹਾਰਾਜ ਬਖਸ਼ਿਸ਼ ਕਰਦੇ ਪਏ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਇਹ ਜਿਹੜੇ 57 ਸ਼ਲੋਕ ਹਨ, ਉਹ ਗੁਰਬਾਣੀ ਦੇ ਬਖਸ਼ਿਸ਼ ਕੀਤੇ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦਾ ਜੋ ਅਵਤਾਰ ਹੈ, ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਗ੍ਰਹਿ ਵਿਖੇ ਅਤੇ ਮਾਤਾ ਨਾਨਕੀ ਜੀ ਦੀ ਕੁੱਖ ਨੂੰ ਭਾਗ ਲਾਇਆ ਪਾਤਸ਼ਾਹ ਜੀ ਨੇ। ਗੁਰੂ ਹਰਗੋਬਿੰਦ ਮਹਾਰਾਜ ਸਾਹਿਬ ਜੀਆਂ ਦੇ 3 ਵਿਆਹ ਹੋਏ ਸਨ। ਮਾਤਾ ਜੀ ਦਾ ਨਾਮ ਹੈ ਮਾਤਾ ਨਾਨਕੀ ਜੀ, ਮਾਤਾ ਮਰਵਾਹੀ ਜੀ ਅਤੇ ਮਾਤਾ ਦਮੋਦਰੀ ਜੀ। 3 ਮਹਿਲ ਸਨ, ਤਿੰਨਾਂ ਦੀ ਵੱਖਰੀ ਵੱਖਰੀ ਸੰਤਾਨ ਹੈ। ਜਿਵੇਂ ਮਾਤਾ ਨਾਨਕੀ ਜੀ ਦੇ ਪੁੱਤਰ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਅਤੇ ਬਾਬਾ ਅਟਲ ਰਾਏ ਜੀ, ਇਹ ਦੋਨੇ ਸਕੇ ਭਰਾ ਸਨ, ਮਾਤਾ ਨਾਨਕੀ ਦੀ ਸੰਤਾਨ ਸਨ। ਬਾਬਾ ਅਟਲ ਰਾਏ ਅਤੇ ਗੁਰੂ ਤੇਗ ਬਹਾਦਰ ਜੀ ਸਕੇ ਭਰਾ ਨੇ। ਅਤੇ ਇਸੇ ਤਰ੍ਹਾਂ ਮਾਤਾ ਦਮੋਦਰੀ ਜੀਆਂ ਦੇ ਵੀ 2 ਹੀ ਬੱਚੇ ਨੇ, ਬਾਬਾ ਗੁਰਦਿੱਤਾ ਜੀ ਅਤੇ ਬੀਬੀ ਵੀਰੋ ਜੀ। ਇਹ ਦੋਨੇ ਭੈਣ ਭਰਾ ਸਨ। ਇਹ ਸਕੇ ਦੋਨੇ ਭੈਣ ਭਰਾ ਬਾਬਾ ਗੁਰਦਿੱਤਾ ਜੀ ਅਤੇ ਬੀਬੀ ਵੀਰੋ ਜੀ, ਇਹ ਮਾਤਾ ਦਮੋਦਰੀ ਜੀਆਂ ਦੀ ਸੰਤਾਨ ਹੈ। ਅਤੇ ਤੀਜੇ ਨੰਬਰ 'ਤੇ ਨੇ ਮਾਤਾ ਮਰਵਾਹੀ ਜੀ। ਇਹਨਾਂ ਦੇ 2 ਪੁੱਤਰ ਨੇ, ਬਾਬਾ ਸੂਰਜਮਲ ਅਤੇ ਉਸ ਤੋਂ ਅਗਲੇ ਨੇ ਬਾਬਾ ਅਨੀ ਰਾਏ। ਇਸ ਤਰ੍ਹਾਂ ਇਹ ਮਹਾਰਾਜ ਜੀਆਂ ਦੇ 5 ਪੁੱਤਰ ਨੇ ਅਤੇ 6ਵੀਂ ਧੀ ਹੈ। ਇਹ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੀ ਸੰਤਾਨ ਹੈ। ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਸਭ ਤੋਂ ਛੋਟੇ ਨੇ ਔਰ ਇਹਨਾਂ ਦਾ ਅਵਤਾਰ ਅੰਮ੍ਰਿਤਸਰ ਦੀ ਧਰਤੀ 'ਤੇ ਗੁਰਦੁਆਰਾ ਸਾਹਿਬ ਆਪਾਂ ਦਰਸ਼ਨ ਕਰਦੇ ਹਾਂ, ਜਿੱਥੇ ਮਹਾਰਾਜ ਨੇ ਅਵਤਾਰ ਧਾਰਿਆ ਹੈ। ਸੋ ਉਸ ਜਗ੍ਹਾ ਦੇ ਉੱਪਰ ਪਾਤਸ਼ਾਹ ਜੀਆਂ ਨੇ 1621 ਈਸਵੀ ਨੂੰ ਮੰਗਲਵਾਰ ਵਾਲੇ ਦਿਨ ਆਪਣਾ ਅਵਤਾਰ ਧਾਰ ਕੇ ਦੁਨੀਆ ਦਾ ਭਲਾ ਕੀਤਾ। ਇਤਿਹਾਸ ਦੇ ਵਿੱਚ ਗੁਰਮੁਖੋਂ ਬਚਨ ਆਉਂਦਾ ਵੀ ਸਤਿਗੁਰੂ ਸ਼ੁਰੂ ਤੋਂ ਹੀ ਨਾ ਬਹੁਤਾ ਬਚਨ ਨਹੀਂ ਸਨ ਕਿਸੇ ਨਾਲ ਬੋਲਦੇ, ਚੁੱਪ ਕਰਕੇ ਰਹਿੰਦੇ, ਹਰ ਵੇਲੇ ਸਿਮਰਨ ਵਿੱਚ ਜੁੜੇ ਰਹਿੰਦੇ ਅਤੇ ਸਿੱਧਾ ਜਿਹਾ ਹੀ ਸੁਭਾਅ ਰੱਖਦੇ ਅਤੇ ਸਿੱਧਾ ਜਿਹਾ ਹੀ ਆਪਣਾ ਪਹਿਰਾਵਾ ਰੱਖਦੇ। ਬਹੁਤਾ ਸੰਸਾਰੀ ਲੋਕਾਂ ਦੇ ਵਾਂਗ ਜਾਂ ਬਾਕੀ ਸਾਹਿਬਜ਼ਾਦਿਆਂ ਦੇ ਵਾਂਗ ਸੋਹਣੇ ਬਸਤਰ, ਚਮਕੀਲੇ ਬਸਤਰ ਪਾਉਣੇ, ਇਸ ਤਰ੍ਹਾਂ ਦਾ ਸੁਭਾਅ ਨਹੀਂ ਹੈ। ਨਾ ਹੀ ਬਹੁਤੀ ਮਸੰਦਾਂ ਦੇ ਨਾਲ ਜਾਣ ਪਛਾਣ ਹੈ, ਨਾ ਹੀ ਬਹੁਤਾ ਸੰਗਤ ਦੇ ਵਿੱਚ ਪਾਤਸ਼ਾਹ ਵਿਚਰਦੇ, ਇਕੱਲੇ ਬੈਠੇ ਰਹਿੰਦੇ। ਛੋਟੀ ਉਮਰਾਂ ਤੋਂ ਹੀ ਸੁਭਾਅ ਐਸਾ ਹੈ। ਪਰ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਰਬਾਰ ਵਿੱਚ ਜਾਂਦੇ ਨਾ, ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਅਕਾਲ ਤਖਤ ਸਾਹਿਬ ਦੇ ਉੱਪਰ ਦਰਬਾਰ ਸਜਾਉਂਦੇ, ਸੰਗਤਾਂ ਬੈਠੀਆਂ ਹੁੰਦੀਆਂ ਅਤੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਬੈਠੇ ਹੁੰਦੇ ਗੱਦੀ ਦੇ ਉੱਪਰ। ਅਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜਦੋਂ ਦਰਬਾਰ ਵਿੱਚ ਜਾ ਕੇ ਗੁਰੂ ਹਰਗੋਬਿੰਦ ਪਿਤਾ ਸਤਿਗੁਰੂ ਨੂੰ ਮੱਥਾ ਟੇਕਦੇ, ਆਪਣੇ ਸਾਹਿਬਜ਼ਾਦੇ ਨੂੰ ਆਇਆ ਵੇਖ ਕੇ ਮਹਾਰਾਜ ਆਪਣਾ ਗੋਡਾ ਚੱਕ ਕੇ ਅਤੇ ਆਪਣੇ ਨਾਲ ਹੀ ਬਿਠਾ ਲੈਂਦੇ। ਸੰਗਤਾਂ ਵੀ ਇਸ ਗੱਲੋਂ ਹੈਰਾਨ ਹੁੰਦੀਆਂ ਵੀ ਮਹਾਰਾਜ ਦੇ ਬਾਕੀ ਸਾਹਿਬਜ਼ਾਦੇ ਵੀ ਨੇ, ਸਤਿਗੁਰੂ ਇਹਨਾਂ ਨੂੰ ਬੜਾ ਸਤਿਕਾਰ ਦਿੰਦੇ। ਅਤੇ ਸਤਿਗੁਰਾਂ ਦੇ ਮਾਤਾ ਜੀ ਮਾਤਾ ਨਾਨਕੀ ਜੀ ਵੀ ਇਸ ਗੱਲ ਤੋਂ ਬੜੇ ਹੈਰਾਨ ਨੇ ਵੀ ਇਹ ਕਾਰਨ ਕੀ ਹੈ। ਇਹਨਾਂ ਦਾ ਸੁਭਾਅ ਤੇ ਸਿੱਧਾ ਜਿਹਾ, ਬਹੁਤਾ ਸੰਗਤ ਨਾਲ ਬਚਨ ਬਿਲਾਸ ਵੀ ਨਹੀਂ ਹੈ ਅਤੇ ਪਤੀ ਸਤਿਗੁਰੂ ਜੀ ਇਹਨਾਂ ਨੂੰ ਸਤਿਕਾਰ ਦਿੰਦੇ।
ਸਮਾਂ ਬਤੀਤ ਹੋਇਆ। ਇੱਕ ਦਿਨ ਮਾਤਾ ਨਾਨਕੀ ਜੀ ਨੇ ਪੁੱਛ ਹੀ ਲਿਆ, ਕਹਿਣ ਲੱਗੇ, ਹੇ ਪਤੀ ਦੇਵ, ਆਪ ਜੀ ਦੇ ਬਾਕੀ ਵੀ ਸਪੁੱਤਰ ਨੇ, ਆਪ ਜੀ ਸਭ ਤੋਂ ਛੋਟੇ ਪੁੱਤਰ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਡਾਢਾ ਮਾਣ ਦਿੰਦੇ ਹੋ, ਆਪਣੇ ਨਾਲ ਹੀ ਬਿਠਾ ਲੈਂਦੇ। ਇਹ ਰਮਜ ਕੀ ਹੈ, ਇਹ ਰਾਜ ਕੀ ਹੈ, ਅਸੀਂ ਜਾਣਦੇ ਨਹੀਂ, ਆਪ ਕਿਰਪਾ ਕਰਕੇ ਦੱਸੋ। ਇਹ ਬਚਨ ਸੁਣ ਕੇ ਉਸ ਵੇਲੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਬਚਨ ਕੀਤੇ। ਕਹਿਣ ਲੱਗੇ, ਇਹਨਾਂ ਨੂੰ ਤੁਸੀਂ ਨਿਗੁਣਾ ਨਹੀਂ ਸਮਝਣਾ ਹੈ, ਵੀ ਇਹਨਾਂ ਵਿੱਚ ਗੁਣ ਹੀ ਕੋਈ ਨਹੀਂ, ਸੰਗਤ ਵਿੱਚ ਕਿਵੇਂ ਮਿਲਣਾ ਹੈ, ਮਸੰਦਾਂ ਨਾਲ ਕਿਵੇਂ ਬਚਨ ਬਿਲਾਸ ਕਰਨੇ, ਇਹਨਾਂ ਨੂੰ ਨਿਗੁਣਾ ਨਾ ਸਮਝ ਲੈਣਾ ਨਾਨਕੀ ਜੀ। ਇਹ ਐਸੇ ਹਨ ਜਿਹੜੇ ਸਮਾਂ ਆਉਣ 'ਤੇ ਹਿੰਦੂ ਧਰਮ ਦੀ ਰੱਖਿਆ ਕਰਨਗੇ। ਇਹ ਆਉਣ ਵਾਲਾ ਸਮਾਂ ਇਸ ਤਰ੍ਹਾਂ ਦਾ ਬੰਨਾ ਹੈ, ਇਹਨਾਂ ਨੇ ਧਰਮ ਦੀ ਰੱਖਿਆ ਕਰਨੀ ਹੈ। ਇਹ ਐਸੇ ਬਹਾਦਰ ਨੇ ਜਿਹੜੇ ਅਣਗਿਣਤ ਲੋਕਾਂ ਨੂੰ ਉਤਾਰ ਦੇਣਗੇ ਸੰਸਾਰ ਤੋਂ। ਇਹ ਐਸੇ ਨੇ, ਇਹਨਾਂ ਦਾ ਐਸਾ ਅਵਤਾਰ ਇਸ ਸੰਸਾਰ ਵਿੱਚ ਹੋਇਆ ਹੈ। ਇਹਨਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ ਧਰਮ ਦੀ ਰਾਖੀ ਕਰਨੀ ਹੈ, ਧਰਮ ਦੀ ਰੱਖਿਆ ਕਰਨੀ ਹੈ, ਉੱਥੇ ਇਹਨਾਂ ਦੇ ਪੁੱਤਰ ਨੇ ਅੱਗੇ ਹੋਰ ਵੀ ਚਾਰ ਚੰਨ ਲਾ ਕੇ ਪੰਥ ਸਾਜਣਾ ਹੈ। ਇਹ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਬਚਨ, ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਬਚਪਨ ਵਿੱਚ ਹੀ ਸਤਿਗੁਰਾਂ ਨੇ ਉਹਨਾਂ ਦਾ ਸੁਭਾਅ ਵੇਖ ਕੇ, ਸੰਗਤਾਂ ਦੇ ਹੈਰਾਨ ਹੋਣ ਦਾ ਕਾਰਨ ਵੇਖ ਕੇ ਮਾਤਾ ਨਾਨਕੀ ਜੀਆਂ ਨੂੰ ਦੱਸੇ। ਸਮਾਂ ਲੰਘਿਆ, ਸਤਿਗੁਰੂ ਥੋੜ੍ਹੇ ਜਿਹਾ ਜਵਾਨ ਹੋਏ। ਉਸ ਵੇਲੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਆਪਣੇ ਸਪੁੱਤਰ ਦਾ ਜੋ ਵਿਆਹ ਹੈ ਨਾ, ਆਨੰਦ ਕਾਰਜ, ਉਸ ਵੇਲੇ ਲਾਲ ਚੰਦ ਜੀ ਰਹਿੰਦੇ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ। ਜਲੰਧਰ ਦੇ ਨੇੜੇ ਹੀ ਨਗਰ ਹੈ ਗੁਰਮੁਖੋ ਕਰਤਾਰਪੁਰ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸਹੁਰਾ ਸਾਹਿਬ ਦਾ ਨਾਮ ਹੈ ਲਾਲ ਚੰਦ, ਜਾਂ ਆਪਾਂ ਕਹਿ ਲਈਏ ਮਾਤਾ ਗੁਜਰੀ ਜੀ ਦੇ ਪਿਤਾ ਜੀ ਦਾ ਨਾਮ ਲਾਲ ਚੰਦ ਹੈ। ਮਾਤਾ ਜੀ ਦਾ ਨਾਮ ਹੈ ਬਿਸ਼ਨ ਕੌਰ। ਇਹਨਾਂ ਦੀ ਸਪੁੱਤਰੀ ਹੈ, ਨਾਮ ਹੈ ਮਾਤਾ ਗੁਜਰੀ ਜੀ, ਜਿਨ੍ਹਾਂ ਨੂੰ ਆਪਾਂ ਕਹਿੰਦੇ ਬੀਬੀ ਗੁਜਰੀ ਵੀ ਕਹਿ ਸਕਦੇ ਹਾਂ। ਇਹਨਾਂ ਦਾ ਆਨੰਦ ਕਾਰਜ ਫਿਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਨਾਲ ਹੋਇਆ। ਮਹਾਰਾਜ ਦਾ ਸਹੁਰਾ ਪਰਿਵਾਰ ਪਹਿਲਾਂ ਲਖਨੌਰ ਦੇ ਵਿੱਚ ਰਹਿੰਦਾ ਹੈ। ਲਖਨੌਰ ਇੱਕ ਸ਼ਹਿਰ ਹੈ, ਬੜੇ ਸੋਹਣੇ ਗੁਰੂ ਘਰ ਉੱਥੇ ਬਣੇ ਹੋਏ। ਜਦੋਂ ਸਤਿਗੁਰੂ ਜੀ ਪਟਨਾ ਸਾਹਿਬ ਤੋਂ ਆਏ ਸਨ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ, ਉਸ ਵੇਲੇ ਪਹਿਲਾਂ ਲਖਨੌਰ ਗਏ ਸਨ ਅਤੇ ਉਸ ਤੋਂ ਬਾਅਦ ਵਿੱਚ ਹੀ ਮਹਾਰਾਜ ਸਾਹਿਬ ਜੀ ਅਨੰਦਪੁਰ ਸਾਹਿਬ ਗਏ ਸਨ। ਇਤਿਹਾਸ ਬਚਨ ਆਪਾਂ ਅੱਗੇ ਜਾ ਕੇ ਸਰਵਣ ਕਰਾਂਗੇ, ਇਹ ਕੇਵਲ ਜਾਣਕਾਰੀ ਵਾਸਤੇ ਬਚਨ ਆਪਾਂ ਇੱਥੇ ਰੱਖਿਆ ਹੈ। ਸੋ ਇਸ ਤਰ੍ਹਾਂ ਲਖਨੌਰ ਤੋਂ ਫਿਰ ਕਰਤਾਰਪੁਰ ਸਾਹਿਬ, ਅਤੇ ਕਰਤਾਰਪੁਰ ਸਾਹਿਬ ਦੇ ਵਿੱਚ ਹੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੇ ਆਨੰਦ ਕਾਰਜ ਹੋਏ, ਵਿਆਹ ਹੋਏ। ਇਸ ਤਰ੍ਹਾਂ ਦੇ ਕਾਰਜ ਜਿਹੜੇ ਮਹਾਰਾਜ ਸਾਹਿਬ ਜੀ ਆਪਣੇ ਜੀਵਨ ਕਾਲ ਦੇ ਅੰਦਰ ਕਰਦੇ। ਗੁਰੂ ਹਰਗੋਬਿੰਦ ਪਾਤਸ਼ਾਹ ਨੇ 4 ਜੰਗ ਕਰਕੇ ਜਦੋਂ ਕਰਤਾਰਪੁਰ ਸਾਹਿਬ ਦਾ ਜੰਗ ਕੀਤਾ, ਇੱਥੋਂ ਹੀ ਆਪਣੇ ਵੱਡੇ ਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਉਸ ਵੇਲੇ ਭੇਜਿਆ ਕਿ ਜਾਓ ਜਾ ਕੇ ਨਗਰ ਵਸਾਓ, ਅਤੇ ਉਹਨਾਂ ਨੇ ਕੀਰਤਪੁਰ ਸਾਹਿਬ ਨੂੰ ਵਸਾਇਆ। ਗੁਰਮੁਖੋ ਉੱਥੇ ਇਤਿਹਾਸ ਦਾ ਇੱਕ ਬਚਨ ਆਉਂਦਾ ਹੈ ਕਿ ਬਾਬਾ ਗੁਰਦਿੱਤਾ ਜੀ ਨੇ ਇੱਕ ਸਮੇਂ ਸ਼ਿਕਾਰ ਕਰਨ ਵਾਸਤੇ ਗਏ। ਇਹ ਨਿੱਕੇ ਨਿੱਕੇ ਬਚਨ ਨੇ ਇਤਿਹਾਸ ਦੇ, ਜਿਹੜੇ ਸਤਿਗੁਰਾਂ ਦੇ ਨਾਲ ਜਾ ਕੇ ਅੱਗੇ ਜੁੜਦੇ ਪਏ। ਸ਼ਿਕਾਰ ਕਰਨ ਵਾਸਤੇ ਗਏ, ਅਨੰਦਪੁਰ ਸਾਹਿਬ ਤੋਂ ਕੋਈ 5.5 ਮੀਲ ਦਾ ਫਾਸਲਾ ਲਿਖਿਆ ਵਿਦਵਾਨਾਂ ਨੇ, ਅਤੇ ਪਿੰਡ ਦਾ ਨਾਮ ਲਿਖਿਆ ਜਿੰਦਵੜੀ। ਜਿੰਦਵੜੀ ਪਿੰਡ ਹੈ ਅਨੰਦਪੁਰ ਸਾਹਿਬ ਦੇ ਨੇੜੇ। ਇੱਧਰ ਨੂੰ ਬਾਬਾ ਜੀ ਸ਼ਿਕਾਰ ਕਰਨ ਵਾਸਤੇ ਗਏ ਅਤੇ ਪੱਤੇ ਹਿਲਦੇ ਵੇਖਿਆ, ਜਾਣਿਆ ਕੋਈ ਜੰਗਲੀ ਜਾਨਵਰ ਹੈ। ਉਸ ਵੇਲੇ ਤੀਰ ਚਲਾ ਦਿੱਤਾ। ਤੀਰ ਚਲਾਉਣ ਕਰਕੇ ਉਹ ਤੀਰ ਉੱਥੇ ਕੋਈ ਗਾਂ ਚਰਦੀ ਪਈ ਹੈ, ਉਹ ਗਾਂ ਮਰ ਗਈ। ਉਹਨਾਂ ਲੋਕਾਂ ਨੇ ਇਕੱਠੇ ਹੋ ਕੇ ਰੌਲਾ ਪਾਇਆ, ਕਹਿਣ ਲੱਗੇ ਸਾਡੀ ਇਹ ਗਾਂ ਬੜੀ ਪਾਲਤੂ ਹੈ, ਦੁੱਧ ਦੇਣ ਵਾਲੀ, ਇਹਦਾ ਬੱਚਾ ਵੀ ਹੁਣੇ ਇਸਨੇ ਬੱਚੇ ਨੂੰ ਵੀ ਜਨਮ ਦਿੱਤਾ ਹੈ, ਗਾਂ ਮਰ ਗਈ ਹੈ, ਬੱਚਾ ਵੀ ਮਰ ਜਾਵੇਗਾ। ਬਾਬਾ ਗੁਰਦਿੱਤਾ ਜੀ ਕਹਿਣ ਲੱਗੇ ਭਾਈ ਇਹ ਤੇ ਭੁਲੇਖੇ ਨਾਲ ਕਾਰਜ ਹੋਇਆ ਹੈ। ਕਹਿਣ ਲੱਗੇ ਨਹੀਂ, ਭਾਵੇਂ ਜਿਵੇਂ ਮਰਜ਼ੀ ਹੋਇਆ, ਗੁਰੂ ਸਪੁੱਤਰ ਹੋ, ਤੁਸੀਂ ਇਸ ਨੂੰ ਜਿਉਂਦਾ ਜ਼ਰੂਰ ਕਰੋ। ਉਸ ਵੇਲੇ ਬਾਬਾ ਗੁਰਦਿੱਤਾ ਜੀਆਂ ਨੇ ਵੇਖਿਆ ਵੀ ਇਹ ਲੋਕ ਖਹਿੜੇ ਹੀ ਪੈ ਗਿਆ। ਗੁਰਮੁਖੋ ਉੱਥੇ ਕਹਿੰਦੇ ਪਾਣੀ ਦਾ ਤਲਾਬ ਹੈ। ਅੱਜ ਸੰਗਤਾਂ ਆਪ ਜਾਓਗੇ ਨਾ, ਇਹ ਜਿਹੜਾ ਪਿੰਡ ਹੈ ਜਿੰਦਵੜੀ ਜਿਸ ਨੂੰ ਕਹਿੰਦੇ ਨੇ, ਪਾਣੀ ਦੇ ਤਲਾਬ ਦੇ ਵਿੱਚੋਂ ਜਲ ਲੈ ਕੇ ਨਾ ਬਾਬਾ ਗੁਰਦਿੱਤਾ ਜੀਆਂ ਨੇ ਫਿਰ ਬੈਠ ਕੇ ਜਪਜੀ ਸਾਹਿਬ ਦਾ ਪਾਠ ਕੀਤਾ। ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕੀਤੀ। ਕਹਿਣ ਲੱਗੇ ਅਕਾਲ ਪੁਰਖ, ਇਹਨਾਂ ਲੋਕਾਂ ਦੀ ਇੱਛਾ ਹੈ ਕਿ ਮਰੀ ਹੋਈ ਗਊ ਜਿਹੜੀ ਹੈ ਜਿਉਂਦੀ ਹੋ ਜਾਵੇ। ਉਸ ਵੇਲੇ ਉਸ ਜਲ ਦਾ ਛੱਟਾ ਮਾਰ ਕੇ ਬਾਬਾ ਗੁਰਦਿੱਤਾ ਜੀ ਨੇ ਉਹ ਮਰੀ ਹੋਈ ਗਊ ਜਿਹੜੀ ਜਿਉਂਦੀ ਕਰ ਦਿੱਤੀ। ਐਸੀ ਮਹਿਮਾ ਹੈ ਸਤਿਗੁਰਾਂ ਦੇ ਸਪੁੱਤਰਾਂ ਦੀ। ਜਦੋਂ ਇਸ ਗੱਲ ਦਾ ਪਤਾ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੂੰ ਲੱਗਾ, ਮਹਾਰਾਜ ਨਾਰਾਜ਼ ਹੋ ਗਿਆ। ਕਹਿਣ ਲੱਗੇ ਨਹੀਂ ਪੁੱਤਰ, ਇਹ ਕੰਮ ਠੀਕ ਨਹੀਂ ਕੀਤਾ ਹੈ। ਕਰਤੇ ਅਕਾਲ ਪੁਰਖ ਦੀ ਮਰਿਆਦਾ ਵਿੱਚ ਦਖਲ ਅੰਦਾਜ਼ੀ ਨਹੀਂ ਕਰੀਦੀ। ਜੋ ਪਰਮਾਤਮਾ ਕਰਦਾ ਹੈ ਨਾ, ਉਹਦੀ ਰਜਾ ਵਿੱਚ ਰਹੀਦਾ, ਰਜਾ ਨੂੰ ਮੋੜੀਦਾ ਨਹੀਂ ਹੈ। ਅੱਜ ਤੁਸੀਂ ਗਊ ਜਿਉਂਦੀ ਕੀਤੀ ਹੈ, ਕੱਲ੍ਹ ਨੂੰ ਕਿਸੇ ਰਾਜੇ ਦਾ ਪੁੱਤਰ ਚੜ੍ਹਾਈ ਕਰ ਗਿਆ, ਉਹਨੇ ਕਹਿਣਾ ਜਿਉਂਦਾ ਕਰੋ।
ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਹੁਣ ਇਸ ਤਰ੍ਹਾਂ ਕਰੋ, ਜਾਂ ਤੇ ਅਸੀਂ ਜਾਂਦੇ ਸਰੀਰ ਛੱਡ ਕੇ, ਜਾਂ ਫਿਰ ਤੁਸੀਂ ਜਾਓ, ਇੱਕ ਜਾਣੇ ਨੂੰ ਜਾਣਾ ਪਵੇਗਾ। ਇਤਿਹਾਸ ਦੇ ਵਿੱਚ ਬਚਨ ਆਉਂਦਾ ਹੈ, ਬਾਬਾ ਗੁਰਦਿੱਤਾ ਜੀ ਨੇ ਉਸ ਵੇਲੇ ਬਚਨ ਸੁਣ ਕੇ ਨਾ ਹੱਥ ਵਿੱਚ ਇੱਕ ਸੋਟੀ ਫੜੀ ਹੋਈ ਸੀ ਨਿੰਮ ਦੀ, ਤੇ ਸੋਟੀ ਹੱਥ ਵਿੱਚ ਫੜੀ ਉਸੇ ਤਰ੍ਹਾਂ ਹੀ ਪਹਾੜੀ ਦੇ ਉੱਪਰ ਚੜ੍ਹ ਗਏ। ਸੋਟੀ ਮਿੱਟੀ ਦੇ ਵਿੱਚ ਗੱਡ ਕੇ ਜਪਜੀ ਸਾਹਿਬ ਦਾ ਪਾਠ ਕਰਕੇ ਚਾਦਰਾ ਲੈ ਕੇ ਆਪ ਲੰਮੇ ਪੈ ਗਏ। ਲੰਮੇ ਪੈਂਦਿਆਂ ਨਾਲ ਹੀ ਆਪਣਾ ਪੰਜ ਭੌਤਿਕ ਸਰੀਰ ਛੱਡ ਕੇ ਸੱਚਖੰਡ ਨੂੰ ਪ੍ਰਾਪਤ ਹੋਏ। ਆਪ ਸੰਗਤਾਂ ਜਾਂਦੇ ਹੋ ਕੀਰਤਪੁਰ ਸਾਹਿਬ ਦਰਸ਼ਨ ਕਰਨ ਵਾਸਤੇ, ਨਿੰਮ ਦਾ ਰੁੱਖ ਉਸ ਜਗ੍ਹਾ ਦੇ ਉੱਪਰ ਆਪਾਂ ਸੰਗਤਾਂ ਦੇਖਦੇ ਹਾਂ, ਦਰਸ਼ਨ ਕਰਦੇ ਹਾਂ। ਬਾਬਾ ਗੁਰਦਿੱਤਾ ਜੀ, ਧੰਨ ਬਾਬਾ ਗੁਰਦਿੱਤਾ, ਦੀਨ ਦੁਨੀ ਦਾ ਟਿੱਕਾ, ਜੋ ਵਰ ਮੰਗਿਆ ਸੋ ਵਰ ਦਿੱਤਾ। ਇਹ ਇਤਿਹਾਸ ਦੇ ਬਚਨ। ਬਾਬਾ ਗੁਰਦਿੱਤਾ ਜੀ ਚੜ੍ਹਾਈ ਕਰ ਗਏ। ਮਹਾਰਾਜ ਦੇ 5 ਪੁੱਤਰਾਂ ਵਿੱਚੋਂ ਹੁਣ 4 ਪੁੱਤਰ ਬਾਕੀ ਨੇ। 4 ਪੁੱਤਰਾਂ ਦੇ ਵਿੱਚੋਂ ਬਾਬਾ ਅਟਲ ਰਾਏ ਜੀ ਅੰਮ੍ਰਿਤਸਰ ਦੀ ਧਰਤੀ ਤੇ ਬੱਚਿਆਂ ਦੇ ਨਾਲ ਖੇਡਦੇ ਪਏ। ਗੁਰਮੁਖੋ, ਇੱਥੇ ਸੋਇਨੀ ਨਾਮ ਦੀ ਇੱਕ ਗੋਤ ਹੈ। ਸੋਇਨੀ ਗੋਤ ਦੇ ਜਿਹੜੇ ਖੱਤਰੀ ਬੱਚੇ ਖੇਡਦੇ ਪਏ, ਨਾਮ ਹੈ ਭਾਈ ਗੁਰਮੁਖ। ਗੁਰਮੁਖ ਜੀ ਦਾ ਪੁੱਤਰ ਹੈ ਭਾਈ ਮੋਹਨ ਜੀ। ਖੇਡਦਿਆਂ ਖੇਡਦਿਆਂ ਵਾਰੀ ਉਹਨਾਂ ਦੇ ਸਿਰ ਤੇ ਆ ਗਈ। ਇਹ ਸਾਖੀਆਂ ਆਪਾਂ ਸਰਵਣ ਕੀਤੀਆਂ, ਪਰ ਇਹ ਗੁਰੂ ਇਤਿਹਾਸ ਦੇ ਨਾਲ ਸੰਬੰਧ ਨੇ। ਥੋੜ੍ਹੀ ਥੋੜ੍ਹੀ ਆਪਾਂ ਵਿਚਾਰ ਤਾਂ ਇਹਨਾਂ ਦੇ ਉੱਪਰ ਕਰਦੇ ਪਏ। ਬਾਬਾ ਮੋਹਨ ਜੀ ਦੇ ਸਿਰ ਤੇ ਵਾਰੀ ਆ ਗਈ ਹੈ, ਰਾਤ ਪੈ ਗਈ, ਸੌਂ ਗਏ। ਕਹਿਣ ਲੱਗੇ ਕੱਲ੍ਹ ਨੂੰ ਮੈਂ ਆਪਣੀ ਵਾਰੀ ਦੇਵਾਂਗਾ। ਅਗਲਾ ਦਿਨ ਆਇਆ ਤੇ ਉਹ ਮੋਹਨ ਨਾਮ ਦਾ ਬੱਚਾ ਜਿਹੜਾ ਉਹ ਚੜ੍ਹਾਈ ਕਰ ਗਿਆ। ਦੂਸਰੇ ਪਾਸੇ ਸਾਰੇ ਬੱਚੇ ਇਕੱਠੇ ਹੋਏ ਤੇ ਉਹਨਾਂ ਨੇ ਆਖਿਆ ਕੱਲ੍ਹ ਵਾਰੀ ਕਿਹਦੇ ਸਿਰ ਹੈ? ਕਹਿੰਦੇ ਮੋਹਨ ਜੀ ਦੇ ਸਿਰ ਹੈ, ਲੈਣ ਵਾਸਤੇ ਚਲੇ ਗਏ। ਅੱਗੋਂ ਭਾਈ ਮੋਹਨ ਜੀ ਜਿਹੜੇ ਚੜ੍ਹਾਈ ਕਰ ਚੁੱਕੇ, ਮੰਜੇ ਤੇ ਲੰਮੇ ਪਏ ਹੋਏ। ਬਾਬਾ ਅਟਲ ਰਾਏ ਜੀ ਸਾਧੂ ਸੁਭਾਅ ਹੀ ਸਨ। ਕਹਿਣ ਲੱਗੇ ਵੇਖੋ ਵਾਰੀ ਦੇਣੀ ਹੈ ਤੇ ਕਿਵੇਂ ਲੰਮੇ ਪਿਆ ਹੋਇਆ, ਬਹਾਨਾ ਬਣਾ ਕੇ। ਇਹ ਸਾਡੀ ਵਾਰੀ ਕਿਉਂ ਨਹੀਂ ਦਿੰਦਾ ਹੈ? ਮਾਤਾ ਪਿਤਾ ਨੇ ਹੱਥ ਜੋੜ ਕੇ ਆਖਿਆ ਵੀ ਗੁਰੂ ਪੁੱਤਰ ਨੇ। ਕਹਿਣ ਲੱਗੇ ਜੀ ਤੁਸੀਂ ਇਹਨਾਂ ਨੂੰ ਉਠਾ ਸਕਦੇ ਹੋ, ਉਠਾ ਲਓ ਤੇ ਇਹਨਾਂ ਕੋਲੋਂ ਵਾਰੀ ਲੈ ਲਓ। ਕਹਿਣ ਲੱਗੇ ਉਸ ਵੇਲੇ ਬਾਬਾ ਅਟਲ ਰਾਏ ਜੀਆਂ ਨੇ ਹੱਥ ਵਿੱਚ ਖੁੰਡੀ ਫੜੀ ਹੋਈ ਸੀ ਤੇ ਉਹ ਖੁੰਡੀ ਦੀ ਧੌਣ ਨੂੰ ਪਾ ਕੇ ਕਹਿਣ ਲੱਗੇ ਚੱਲ ਉੱਠ ਕੇ ਸਾਡੀ ਵਾਰੀ ਦੇ। ਇਹਨਾਂ ਬਚਨ ਕਰਦਿਆਂ ਨਾਲ ਉਹ ਮੋਹਨ ਨਾਮ ਦਾ ਬੱਚਾ ਜਿਹੜਾ ਗੁਰਮੁਖ ਉਸੇ ਵੇਲੇ ਜਿਉਂਦਾ ਹੋ ਗਿਆ। ਇੱਕ ਵਾਰੀ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ। ਜਦੋਂ ਇਸ ਗੱਲ ਦਾ ਪਤਾ ਲੱਗਾ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਵੀ ਸਾਡੇ ਪੁੱਤਰ ਨੇ ਕਾਰਜ ਕੀਤਾ, ਮਰੇ ਹੋਏ ਬੱਚੇ ਨੂੰ ਪ੍ਰਾਣ ਬਖਸ਼ੇ ਨੇ, ਸਤਿਗੁਰਾਂ ਨੇ ਉੱਥੇ ਵੀ ਆਖਿਆ। ਕਹਿਣ ਲੱਗੇ ਅਟਲ ਰਾਏ ਇਹ ਬਚਨ ਠੀਕ ਨਹੀਂ ਹੋਇਆ, ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ। ਹੁਣ ਤੁਸੀਂ ਸੰਸਾਰ ਤੋਂ ਜਾਂ ਚਲੇ ਜਾਓ, ਉਹਨਾਂ ਦੀ ਥਾਂ ਤੇ ਇੱਕ ਜਾਣੇ ਨੂੰ ਜਾਣਾ ਪਵੇਗਾ। ਬਾਬਾ ਅਟਲ ਰਾਏ ਜੀ ਆਪ ਬਾਬਾ ਅਟਲ ਰਾਏ ਜੀ ਦੇ ਗੁਰੂ ਘਰ ਦੇ ਦਰਸ਼ਨ ਕਰਦੇ ਅੰਮ੍ਰਿਤਸਰ ਦੀ ਧਰਤੀ ਤੇ ਇਸ਼ਨਾਨ ਕੀਤਾ। ਆਪਣੇ ਸਰੀਰ ਤੇ ਚਾਦਰਾ ਲੈ ਕੇ ਆਪਣਾ ਸਰੀਰ ਛੱਡ ਕੇ ਸੱਚਖੰਡ ਨੂੰ ਚਲੇ ਗਏ। ਮਹਾਰਾਜ ਦੇ 2 ਪੁੱਤਰ ਇਸ ਤਰ੍ਹਾਂ ਜਿਹੜੇ ਸਨ ਉਹ ਚਲੇ ਗਏ। 3 ਪੁੱਤਰ ਬਾਕੀ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀਆਂ ਦੇ। ਸਮਾਂ ਆ ਗਿਆ, ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਸਾਹਿਬ ਜੀ ਕੀਰਤਪੁਰ ਸਾਹਿਬ ਚਲੇ ਗਏ। ਕੁਝ ਸਮਾਂ ਵਿਚਰੇ, ਫਿਰ ਇੱਥੇ ਸੰਗਤਾਂ ਨੂੰ ਮਹਾਰਾਜ ਨੇ ਦੱਸਿਆ ਭਾਈ ਸਾਡੇ ਸੱਚਖੰਡ ਜਾਣ ਦਾ ਸਮਾਂ ਆਇਆ ਹੈ। ਸੰਗਤਾਂ ਨੇ ਬੇਨਤੀ ਕੀਤੀ ਮਹਾਰਾਜ ਗੁਰੂ ਪਦਵੀ ਤੇ ਕਿਹੜੇ ਪਾਤਸ਼ਾਹ ਬਿਰਾਜਣਗੇ? ਉਸ ਵੇਲੇ ਗੁਰੂ ਹਰਿਰਾਏ ਪਾਤਸ਼ਾਹ ਮਹਾਰਾਜ ਜੀਆਂ ਨੂੰ ਗੁਰਤਾ ਗੱਦੀ ਦੇ ਉੱਪਰ ਬੈਠਣ ਦਾ ਬਚਨ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਕੀਤਾ। ਜਦੋਂ ਇਹ ਬਚਨ ਕੀਤਾ ਮਹਾਰਾਜ ਸਾਹਿਬ ਜੀਆਂ ਨੇ, ਉਸ ਵੇਲੇ ਮਾਤਾਵਾਂ ਜਿਹੜੀਆਂ ਸਨ ਫਿਕਰ ਵਿੱਚ ਪੈ ਗਈਆਂ। ਮਾਤਾ ਮਰਵਾਹੀ ਤੇ ਮਾਤਾ ਨਾਨਕੀ ਜੀ। ਮਾਤਾ ਮਰਵਾਹੀ ਜੀ ਕਹਿਣ ਲੱਗੇ ਕਿ ਮੇਰੇ ਪੁੱਤਰ ਨੂੰ ਗੁਰਤਾ ਗੱਦੀ ਦਿਓ, ਸੂਰਜ ਮੱਲ ਜੀਆਂ ਨੂੰ। ਉਹ ਗੁਰਤਾ ਗੱਦੀ ਤੇ ਬੈਠਣ, ਗੁਰੂ ਅੱਗੇ ਉਹ ਬਨ। ਤੁਸੀਂ ਪੁੱਤਰ ਛੱਡ ਕੇ ਤੇ ਪੋਤਰੇ ਨੂੰ ਕਿਉਂ ਗੁਰਤਾ ਗੱਦੀ ਦਿੰਦੇ ਹੋ? ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਕਹਿੰਦੇ ਭਾਈ ਬਚਨ ਇਹ ਹੈ ਵੀ ਇਹ ਤੇ ਧੁਰ ਦੀਆਂ ਦਾਤਾਂ ਨੇ, ਜਿਹਦੇ ਕਰਮਾਂ 'ਚ ਲਿਖੀਆਂ ਹੁੰਦੀਆਂ ਉਹਨੂੰ ਪ੍ਰਾਪਤ ਹੁੰਦੀਆਂ। ਅਸੀਂ ਆਪਣੇ ਆਪ ਨਹੀਂ ਕੁਝ ਕਰਦੇ ਪਏ, ਇਹ ਧੁਰ ਤੋਂ ਹੀ ਦਾਤ ਹੈ, ਇਹਨਾਂ ਦੇ ਕਰਮਾਂ ਵਿੱਚ ਲਿਖੀ ਹੈ, ਇਹਨਾਂ ਨੇ ਪ੍ਰਾਪਤ ਕੀਤੀ ਹੈ। ਜਦੋਂ ਇਹ ਬਚਨ ਸੁਣਿਆ ਮਾਤਾ ਮਰਵਾਹੀ ਜੀ ਮੰਨੇ ਨਹੀਂ, ਹੱਠ ਕਰਕੇ ਆਪਣੇ ਪੁੱਤਰ ਸੂਰਜਮਲ ਨੂੰ ਲੈ ਕੇ ਚੱਲ ਪਏ। ਕਹਿੰਦੇ ਚੱਲ ਪੁੱਤਰ ਆਪਾਂ ਚੱਲੀਏ, ਆਪਾਂ ਨਹੀਂ ਰਹਿਣਾ ਕੀਰਤਪੁਰ ਸਾਹਿਬ, ਇੱਥੇ ਆਪਾਂ ਨੂੰ ਕੁਝ ਮਿਲਿਆ ਹੀ ਨਹੀਂ ਹੈ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਸੇਵਕਾਂ ਨੂੰ ਭੇਜ ਕੇ ਆਪਣੀ ਸਪਤਨੀ ਮਾਤਾ ਮਰਵਾਹੀ ਜੀ ਤੇ ਆਪਣੇ ਪੁੱਤਰ ਸੂਰਜਮਲ ਨੂੰ ਰਸਤੇ ਵਿੱਚੋਂ ਮੋੜ ਕੇ ਵਾਪਸ ਲਿਆਂਦਾ। ਜਦੋਂ ਵਾਪਸ ਆਏ ਤੇ ਉਸ ਵੇਲੇ ਸਤਿਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਸੂਰਜਮਲ ਤੂੰ ਆਪਣੇ ਮਨ ਦੀ ਗੱਲ ਦੱਸ ਵੀ ਤੂੰ ਗੁਰੂ ਬਣਨਾ ਚਾਹੁੰਦਾ ਹੈ? ਤੇ ਬਾਬਾ ਸੂਰਜਮਲ ਜੀਆਂ ਨੇ ਉਸ ਵੇਲੇ ਹੱਥ ਜੋੜ ਕੇ ਆਖਿਆ, ਕਹਿਣ ਲੱਗੇ ਨਹੀਂ ਮਹਾਰਾਜ ਮੈਨੂੰ ਸਿੱਖੀ ਦੀ ਦਾਤ ਬਖਸ਼ੋ, ਮੇਰੇ ਗੁਰੂ ਬਣਨ ਦੀ ਤਮੰਨਾ ਕੋਈ ਨਹੀਂ ਹੈ, ਮੈਂ ਸਿੱਖ ਹੀ ਬਣ ਜਾਵਾਂ ਇੰਨਾ ਹੀ ਬੜਾ ਮੇਰੇ ਵਾਸਤੇ, ਮੇਰੇ ਤੇ ਕਿਰਪਾ ਕਰੋ। ਗੁਰੂ ਹਰਗੋਬਿੰਦ ਪਾਤਸ਼ਾਹ ਸੁਣ ਕੇ ਬਚਨ ਬੜੇ ਖੁਸ਼ ਹੋਏ। ਕਹਿਣ ਲੱਗੇ ਪੁੱਤਰ
ਤੇਰੇ ਕੋਲ ਕਿਸੇ ਪਦਾਰਥ ਦੀ ਕਮੀ ਨਹੀਂ ਰਹੇਗੀ, ਤੇਰਾ ਪਰਿਵਾਰ ਬੜਾ ਵਧੇ ਫੁੱਲੇਗਾ, ਅੱਗੇ ਬੜੀਆਂ ਬਰਕਤਾਂ ਰਹਿਣਗੀਆਂ ਤੇਰੇ ਘਰ ਵਿੱਚ। ਤੂੰ ਅੱਜ ਸਾਡੀ ਪ੍ਰਸੰਨਤਾ ਵਾਲਾ ਬਚਨ ਕੀਤਾ ਹੈ। ਗੁਰਮੁਖੋ ਬਾਬਾ ਸੂਰਜਮਲ ਜੀਆਂ ਦੇ ਸੰਤਾਨ ਅੱਗੇ ਹੋਏ ਭਾਈ ਗੁਲਾਬ ਰਾਏ ਜੀ ਅਤੇ ਭਾਈ ਸ਼ਿਆਮ ਰਾਏ ਜੀ ਜਿਹੜੇ ਸਨ, ਉਹਨਾਂ ਦੇ ਅੱਗੇ ਪੁੱਤਰ ਸਨ। ਉਹਨਾਂ ਦੀ ਕੁੱਲ ਅੱਜ ਵੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ, ਕੀਰਤਪੁਰ ਸਾਹਿਬ ਦੀ ਧਰਤੀ 'ਤੇ ਆਨੰਦ ਮਾਣ ਰਹੀ ਹੈ। ਮਹਾਰਾਜ ਦੇ ਬਚਨ ਪੂਰੇ ਹੋਏ। ਫਿਰ ਮਾਤਾ ਨਾਨਕੀ ਜੀ ਨੇ ਆਖਿਆ, ਕਹਿਣ ਲੱਗੇ ਮਹਾਰਾਜ ਮੇਰੇ ਪੁੱਤਰ ਨੂੰ ਗੁਰਤਾ ਗੱਦੀ ਦਿਓ, ਆਪ ਸੱਚਖੰਡ ਨੂੰ ਚੱਲੇ ਹੋ। ਇਹ ਤੇ ਬੋਲਦੇ ਵੀ ਨਹੀਂ ਕਿਸੇ ਨਾਲ, ਬਚਨ ਵੀ ਨਹੀਂ ਕਰਦੇ, ਚੁੱਪ ਕਰਕੇ ਰਹਿੰਦੇ। ਜੇ ਸਾਨੂੰ ਕੁਝ ਮਿਲਿਆ ਨਾ, ਅਸੀਂ ਤੇ ਭੁੱਖੇ ਮਰ ਜਾਵਾਂਗੇ, ਅਸੀਂ ਇੱਥੇ ਕਿਵੇਂ ਰਵਾਂਗੇ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਉਸ ਵੇਲੇ ਆਖਿਆ, ਕਹਿਣ ਲੱਗੇ ਇਸ ਤਰ੍ਹਾਂ ਦੇ ਬਚਨ ਨਹੀਂ ਕਰੀਦੇ। ਭੁੱਖਾ ਮਰਨ ਦੀ ਤੇ ਦੂਰ ਦੀ ਗੱਲ ਹੈ, ਗੁਰੂ ਘਰ ਦੇ ਤੇ ਕੁੱਤਿਆਂ ਵਿੱਚ ਵੀ ਕਰਾਮਾਤਾਂ ਹੁੰਦੀਆਂ। ਇਹ ਤੇ ਫਿਰ ਵੀ ਗੁਰੂ ਦਾ ਸਪੁੱਤਰ ਹੈ, ਇਹਦੇ ਕੋਲ ਕਿਸੇ ਪਦਾਰਥ ਦੀ ਕਮੀ ਨਹੀਂ ਰਹਿਣੀ ਹੈ। ਤੁਸੀਂ ਐਸਾ ਬਚਨ ਕਿਉਂ ਕਹਿ ਦਿੱਤਾ ਛੋਟਾ ਜਿਹਾ ਵੀ ਅਸੀਂ ਕਿਵੇਂ ਗੁਜ਼ਾਰਾ ਕਰਾਂਗੇ। ਜਦੋਂ ਇਹ ਬਚਨ ਕੀਤਾ ਤੇ ਮਾਤਾ ਨਾਨਕੀ ਜੀਆਂ ਨੇ ਫਿਰ ਹੱਠ ਕੀਤਾ, ਕਹਿਣ ਲੱਗੇ ਨਹੀਂ ਮਹਾਰਾਜ, ਬਚਨ ਕਹਿਣਾ ਕੁਝ ਹੋਰ ਹੈ, ਦਾਤ ਦੇਣੀ ਕੁਝ ਹੋਰ ਗੱਲ ਹੈ। ਆਪ ਇਹ ਦਾਤ ਦਿਓ ਤਾਂ ਗੱਲ ਬਣਦੀ ਹੈ। ਜਦੋਂ ਮਾਤਾ ਨਾਨਕੀ ਜੀ ਨੇ ਹੱਠ ਵਾਲਾ ਬਚਨ ਕੀਤਾ ਤੇ ਸਤਿਗੁਰੂ ਇਤਿਹਾਸ ਦੇ ਵਿੱਚ ਬਚਨ ਆਉਂਦਾ ਵੀ ਗੁਰੂ ਹਰਗੋਬਿੰਦ ਮਹਾਰਾਜ ਪ੍ਰਸ਼ਾਦਾ ਛਕ ਕੇ ਹਟੇ ਸਨ ਤੇ ਸਿੱਖ ਨੇ ਹੱਥ ਸੁੱਚੇ ਕਰਾ ਕੇ ਤੇ ਮਹਾਰਾਜ ਨੂੰ ਤੌਲੀਆ ਫੜਾਇਆ। ਲਓ ਮਹਾਰਾਜ ਜੀ ਆਪਣੇ ਹੱਥ ਇਸ ਤੌਲੀਏ ਦੇ ਨਾਲ ਆਪ ਸਾਫ਼ ਕਰੋ, ਪੂੰਝ ਲਵੋ। ਇੱਧਰੋਂ ਮਾਤਾ ਨਾਨਕੀ ਜੀ ਨੇ ਆਖਿਆ, ਕਹਿਣ ਲੱਗੇ ਪੁੱਤਰ ਨੂੰ ਕੁਝ ਨਹੀਂ ਦਿੱਤਾ ਹੈ, ਇਹ ਤੇ ਸਾਧੂ ਸੁਭਾਅ ਹੈ, ਇਹਦਾ ਗੁਜ਼ਾਰਾ ਕਿਵੇਂ ਚੱਲੇਗਾ। ਮਹਾਰਾਜ ਨੇ ਹੱਥ ਪੂੰਝਦਿਆਂ ਪੂੰਝਦਿਆਂ ਜਿਹੜਾ ਤੌਲੀਆ ਸੀ ਨਾ ਬਸਤਰ ਹੱਥ ਵਿੱਚ, ਮਾਤਾ ਨਾਨਕੀ ਜੀ ਦੀ ਝੋਲੀ ਵਿੱਚ ਸੁੱਟ ਕੇ ਆਖਿਆ, ਕਹਿਣ ਲੱਗੇ ਚੱਲ ਫਿਰ ਤੇਰਾ ਪੁੱਤਰ ਵੀ 9ਵੀਂ ਥਾਂ ਤੇ ਗੁਰੂ ਹੋਵੇਗਾ। ਗੁਰੂ ਹਰਗੋਬਿੰਦ ਪਾਤਸ਼ਾਹ ਦੇ ਬਚਨ। ਕਹਿਣ ਲੱਗੇ ਨਾਨਕੀ ਜੀ ਨੂੰ, ਮਾਤਾ ਜੀ ਨੂੰ, ਕਹਿਣ ਲੱਗੇ ਨਾਨਕੀ ਜੀ ਸਮਾਂ ਆਵੇਗਾ 9ਵੀਂ ਥਾਂ ਤੇ ਤੁਹਾਡਾ ਪੁੱਤਰ ਵੀ ਗੁਰਤਾ ਗੱਦੀ ਨੂੰ ਪ੍ਰਾਪਤ ਹੋਵੇਗਾ। ਅੱਗੇ ਬਚਨੇ ਘੋਰ ਆਖਿਆ, ਕਹਿਣ ਲੱਗੇ ਫਿਰ ਸਮਾਂ ਆਵੇਗਾ ਇਹ ਧਰਮ ਦੇ ਵਾਸਤੇ ਕੁਰਬਾਨੀ ਕਰਨਗੇ ਤੇ ਸਮਾਂ ਆਵੇਗਾ ਨਾਨਕੀ ਜੀ ਤੁਸੀਂ ਆਪਣੇ ਪੋਤਰੇ ਦਾ ਵੀ ਮੁਖ ਵੇਖੋਗੇ ਇਸ ਸੰਸਾਰ ਦੇ ਵਿੱਚ। ਸਤਿ ਸ਼੍ਰੀ ਅਕਾਲ। ਤੁਹਾਡਾ ਪੋਤਰਾ ਐਸਾ ਬਲ ਵਾਲਾ ਹੋਵੇਗਾ ਜਿਹੜਾ ਧਰਮ ਦੀ ਰੱਖਿਆ ਤੇ ਕਰੇਗਾ, ਆਪਣੇ ਪਰਿਵਾਰ ਨੂੰ ਤੇ ਵਾਰੇਗਾ, ਨਾਲ ਖਾਲਸਾ ਪੰਥ ਪੈਦਾ ਕਰੇਗਾ। ਇਹ ਬਚਨ ਆਖੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਗੁਰਤਾ ਗੱਦੀ ਵੀ ਅਤੇ ਨਾਲ ਉਹਨਾਂ ਦੇ ਪੁੱਤਰ ਦੇ ਅੱਗੇ ਪੁੱਤਰ ਹੋਣ ਦਾ ਵਰ ਵੀ ਮਹਾਰਾਜ ਨੇ ਬਖਸ਼ਿਸ਼ ਕਰ ਦਿੱਤਾ ਇਹਨਾਂ ਬਚਨਾਂ ਦੇ ਨਾਲ। ਨਾਲ ਹੀ ਫਿਰ ਆਖਿਆ, ਕਹਿਣ ਲੱਗੇ ਹੁਣ ਤੁਸੀਂ ਸਾਡਾ ਬਚਨ ਮੰਨੋ। ਇਸ ਗੁਰੂ ਤੇਗ ਬਹਾਦਰ ਪਾਤਸ਼ਾਹ ਵੱਲ ਇਸ਼ਾਰਾ ਕਰਕੇ ਕਹਿੰਦੇ ਵੀ ਇਹਨਾਂ ਨੂੰ ਲੈ ਕੇ ਤੁਸੀਂ ਆਪਣੇ ਪੇਕੇ ਪਿੰਡ ਚਲੇ ਜਾਓ, ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਉੱਥੇ ਜਾ ਕੇ ਰਹੋ। ਸਮਾਂ ਆਵੇਗਾ ਇਹ ਗੁਰਤਾ ਗੱਦੀ ਤੁਹਾਡੇ ਕੋਲ ਆਪ ਆਵੇਗੀ, ਤੁਹਾਨੂੰ ਚੱਲ ਕੇ ਨਹੀਂ ਜਾਣਾ ਪਵੇਗਾ। ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਸਾਹਿਬ ਜੀ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਆਏ। 26 ਸਾਲ ਮਹਾਰਾਜ ਭੋਰੇ ਵਿੱਚ ਬੈਠ ਕੇ ਬੰਦਗੀ ਕਰਦੇ ਪਏ, ਸਿਮਰਨ ਕਰਦੇ ਪਏ। ਗੁਰਤਾ ਗੱਦੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਗੁਰੂ ਹਰ ਰਾਏ ਮਹਾਰਾਜ ਜੀ ਨੂੰ ਬਖਸ਼ਿਸ਼ ਕੀਤੀ। ਗੁਰੂ ਹਰ ਰਾਏ ਸਾਹਿਬ ਨੇ ਗੁਰਤਾ ਗੱਦੀ ਗੁਰੂ ਹਰਕ੍ਰਿਸ਼ਨ ਮਹਾਰਾਜ ਜੀਆਂ ਨੂੰ ਬਖਸ਼ਿਸ਼ ਕੀਤੀ। ਗੁਰੂ ਹਰਕ੍ਰਿਸ਼ਨ ਮਹਾਰਾਜ ਸਾਹਿਬ ਜੀਆਂ ਨੂੰ ਫਿਰ ਔਰੰਗਜ਼ੇਬ ਨੇ ਰਾਜਾ ਜੈ ਸਿੰਘ ਦੇ ਹੱਥ ਸੁਣਿਆ ਭੇਜਿਆ, ਮਹਾਰਾਜ ਦਿੱਲੀ ਵਿੱਚ ਆ ਕੇ ਦਰਸ਼ਨ ਦੇਵੋ। ਤੇ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦਿੱਲੀ ਚਲੇ ਗਏ। ਜਦੋਂ ਦਿੱਲੀ ਗਏ ਨਾ ਗੁਰਮੁਖੋ, ਦਿੱਲੀ ਦੀਆਂ ਸੰਗਤਾਂ ਮਹਾਰਾਜ ਨੂੰ ਮੱਥਾ ਟੇਕਦੀਆਂ, ਜਿਹੜੀ ਤਮੰਨਾ ਹੁੰਦੀ ਉਹ ਵਰ ਪ੍ਰਾਪਤ ਕਰਦੇ ਸਤਿਗੁਰਾਂ ਦੇ ਕੋਲੋਂ। ਬੜੀ ਮਹਿਮਾ ਵੇਖ ਕੇ ਨਾ, ਜਸ ਵੇਖ ਕੇ ਬਾਬਾ ਰਾਮ ਰਾਏ ਤੋਂ ਈਰਖਾ ਦੇ ਵਸ ਰਿਹਾ ਨਹੀਂ ਗਿਆ। ਈਰਖਾ ਵਿੱਚ ਆ ਕੇ ਬਚਨ ਕੀਤਾ, ਕਹਿਣ ਲੱਗੇ ਕਿਸ 8ਵੇਂ ਗੁਰੂ ਦੀ ਗੱਲ ਕਰਦੇ ਹੋ। ਇਹ ਤੇ ਜਿਹੜੀ ਬਿਮਾਰੀ ਹੈ ਨਾ ਸੀਤਲਾ ਬਿਮਾਰੀ, ਉਸ ਬਿਮਾਰੀ ਦਾ ਹੈ ਖਾਜਾ ਹੈ ਵੀ ਇਹਨੇ ਖਤਮ ਹੋ ਜਾਣਾ ਹੈ। ਵੱਡੇ ਭਰਾ ਨੇ ਛੋਟੇ ਭਰਾ ਨੂੰ ਇਹ ਬਚਨ ਕੀਤਾ ਵੀ ਮੈਂ ਸ਼ਰਾਪ ਦਿੰਦਾ ਹਾਂ ਵੀ ਇਸ ਨੇ ਬਿਮਾਰੀ ਨਾਲ ਹੀ ਖਤਮ ਹੋ ਜਾਣਾ ਹੈ। ਸੰਗਤਾਂ ਨੂੰ ਪਤਾ ਲੱਗਾ, ਸੰਗਤਾਂ ਨੇ ਆ ਕੇ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਮਹਾਰਾਜ ਨੂੰ ਦੱਸਿਆ, ਸਤਿਗੁਰੂ ਰਾਮ ਰਾਏ ਇਸ ਤਰ੍ਹਾਂ ਆਪ ਜੀ ਦੇ ਬਾਬਤ ਬਚਨ ਕਰਦੇ ਪਏ। ਸਤਿਗੁਰਾਂ ਨੇ ਬਚਨ ਸੁਣਿਆ, ਕੁਝ ਸਮੇਂ ਵਾਸਤੇ ਚੁੱਪ ਰਹੇ। ਮਹਾਰਾਜ ਸਾਹਿਬ ਜੀ ਕੋਈ ਬਚਨ ਕਹਿਣਾ ਤੇ ਨਹੀਂ ਸਨ ਚਾਹੁੰਦੇ, ਪਰ ਫਿਰ ਬਾਅਦ ਵਿੱਚ ਸੋਚਿਆ ਜੇ ਅਸੀਂ ਕੁਝ ਬਚਨ ਨਾ ਆਖਿਆ ਤੇ ਸੰਗਤਾਂ ਨੇ ਇਹ ਸਮਝਣਾ ਵੀ ਗੁਰੂ ਹਰਕ੍ਰਿਸ਼ਨ ਮਹਾਰਾਜ ਦੇ ਵਿੱਚ ਸ਼ਕਤੀ ਕੋਈ ਨਹੀਂ ਹੈ। ਜਿਵੇਂ ਅੱਜ ਕੱਲ੍ਹ ਕੁਝ ਪ੍ਰਚਾਰਕ, ਕੁਝ ਵਿਅਕਤੀ ਐਸੇ ਨੇ ਜਿਨ੍ਹਾਂ ਦਾ ਇਹ ਜ਼ੋਰ ਲੱਗਾ ਹੋਇਆ ਵੀ ਗੁਰੂ ਇੱਕ ਆਮ ਆਦਮੀ ਹੈ, ਗੁਰੂ ਵਿੱਚ ਕੋਈ ਕਰਾਮਾਤ ਨਹੀਂ, ਕੋਈ ਬਖਸ਼ਿਸ਼ ਨਹੀਂ ਹੈ, ਗੁਰੂ ਕੁਝ ਵੀ ਨਹੀਂ ਕਰ ਸਕਦਾ। ਜਦੋਂ ਇਤਿਹਾਸ ਸੁਣਾਉਣਗੇ ਨਾ ਗੁਰੂ ਪਾਤਸ਼ਾਹ ਦਾ,
ਫਿਰ ਉਹ ਬਚਨ ਕਰਦੇ। ਮਹਾਰਾਜ ਨੇ ਇਸ ਪਾਸੇ ਨੂੰ ਜਾਣਾ ਸੀ, ਜਾ ਨਹੀਂ ਸਕੇ, ਫਿਰ ਇਸ ਪਾਸੇ ਨੂੰ ਮਜਬੂਰੀ ਨਾਲ ਚਲੇ ਗਏ। ਕਹਿਣ ਤੋਂ ਭਾਵ ਇਹ ਹੁੰਦਾ ਵੀ ਗੁਰੂ ਵਿੱਚ ਸਮਰੱਥਾ ਨਹੀਂ, ਜਿੱਧਰ ਨੂੰ ਜਾਣਾ ਚਾਹੁੰਦਾ ਲੋਕਾਂ ਨੇ ਜਾਣ ਹੀ ਨਹੀਂ ਦਿੱਤਾ, ਗੁਰੂ ਨੇ ਰਾਹ ਬਦਲਿਆ ਲੋਕਾਂ ਦਾ ਜ਼ੋਰ ਵੇਖ ਕੇ ਜਾਂ ਫੌਜਾਂ ਦਾ ਜ਼ੋਰ ਵੇਖ ਕੇ। ਗੁਰਮੁਖੋ ਸਤਿਗੁਰੂ ਸਮਰੱਥ ਨੇ, ਜੋ ਚਾਹੁੰਦੇ ਉਹ ਕਰ ਸਕਦੇ, ਕਦੇ ਗੁਰੂ ਆਮ ਨਹੀਂ ਹੈ। ਹੁਣ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਨੇ ਜਾਣਿਆ ਜੇ ਅਸੀਂ ਕੋਈ ਬਚਨ ਨਾ ਕੀਤਾ, ਸੰਗਤਾਂ ਨੇ ਜਾਣਨਾ ਵੀ ਗੁਰੂ ਪਾਤਸ਼ਾਹ ਵਿੱਚ ਕੋਈ ਕਰਾਮਾਤ ਨਹੀਂ, ਇਹਨਾਂ ਵਿੱਚ ਸ਼ੰਕਾ ਆ ਜਾਣਾ ਹੈ। ਜਿਨ੍ਹਾਂ ਦੇ ਮਨ ਵਿੱਚ ਗੁਰੂ ਨਾਨਕ ਦੇ ਪ੍ਰਤੀ ਸ਼ੰਕਾ ਆ ਗਿਆ, ਇਹ ਮੇਰੇ ਸਿੱਖ ਮੁਕਤ ਨਹੀਂ ਹੋਣਗੇ, ਸੰਸਾਰ ਵਿੱਚ ਰਹਿ ਜਾਣਗੇ। ਇਸ ਕਰਕੇ ਇਹਨਾਂ ਦਾ ਸ਼ੰਕਾ ਦੂਰ ਕਰਨ ਵਾਸਤੇ ਫਿਰ ਮਹਾਰਾਜ ਨੇ 3 ਬਚਨ ਕੀਤੇ। ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜ ਜੀਆਂ ਨੇ ਪਹਿਲਾ ਬਚਨ ਇਹ ਆਖਿਆ, ਕਹਿਣ ਲੱਗੇ ਜਿਸ ਰਾਮ ਰਾਏ ਨੇ ਇਹ ਗੱਲ ਕਹੀ ਹੈ ਨਾ ਵੀ ਅਸੀਂ ਬਿਮਾਰੀ ਦੇ ਨਾਲ ਸਰੀਰ ਛੱਡ ਜਾਣਾ ਹੈ, ਸੰਗਤ ਜੀ ਬਚਨ ਚੇਤੇ ਰੱਖਿਓ, ਇਹ ਰਾਮ ਰਾਏ ਦੇ ਘਰ ਦੇ ਵਿੱਚ ਔਲਾਦ ਹੀ ਨਹੀਂ ਪੈਦਾ ਹੋਣੀ ਹੈ। ਇਹ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜ ਦਾ ਬਚਨ ਸੀ, ਰਾਮ ਰਾਏ ਦੇ ਘਰ ਵਿੱਚ ਔਲਾਦ ਨਹੀਂ ਹੋਵੇਗੀ, ਬਿਨਾਂ ਔਲਾਦੋਂ ਹੀ ਸੰਸਾਰੋਂ ਜਾਏਗਾ। ਬਾਬਾ ਰਾਮ ਰਾਏ ਨੇ ਵਿਆਹ ਤੇ ਕਈ ਕਰਵਾਏ ਪਰ ਸੰਤਾਨ ਦਾ ਸੁੱਖ ਨਹੀਂ ਮਿਲਿਆ ਹੈ। ਦੂਜਾ ਬਚਨ ਮਹਾਰਾਜ ਨੇ ਆਖਿਆ, ਜਿਨ੍ਹਾਂ ਮਸੰਦਾਂ ਦਾ ਇਹ ਮਾਣ ਕਰਦਾ, ਮੇਰੇ ਕੋਲ ਇੰਨੇ ਮਸੰਦ ਨੇ, ਇੰਨੀ ਸੰਗਤ ਹੈ, ਇੱਕ ਦਿਨ ਸਮਾਂ ਆਵੇਗਾ ਇਹਦੇ ਮਸੰਦ ਇਹਨੂੰ ਜਿਉਂਦਿਆਂ ਹੀ ਸਾੜ ਦੇਣਗੇ। ਇਹ ਦੂਜਾ ਬਚਨ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜ ਨੇ ਕੀਤਾ। ਤੇ ਤੀਜਾ ਬਚਨ ਮਹਾਰਾਜ ਨੇ ਆਖਿਆ, ਕਹਿਣ ਲੱਗੇ ਸੰਗਤ ਜੀ ਸਾਡਾ ਸਰੀਰ ਭਾਵੇਂ ਰਵੇ ਭਾਵੇਂ ਨਾ ਰਵੇ, ਪਰ ਬਚਨ ਚੇਤੇ ਰੱਖਿਓ, ਇਹ ਜਿਹੜਾ ਰਾਮ ਰਾਏ ਹੈ ਐਸੇ ਤਰ੍ਹਾਂ ਈਰਖਾ ਦੀ ਅੱਗ ਵਿੱਚ ਹੀ ਸੜਦਾ ਰਹੇਗਾ। ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜ ਤੇ ਸਰੀਰ ਛੱਡ ਕੇ ਸੱਚਖੰਡ ਨੂੰ ਜਾਣ ਲੱਗੇ। ਸੰਗਤਾਂ ਨੇ ਬੇਨਤੀ ਕੀਤੀ, ਮਹਾਰਾਜ ਆਪ ਸੱਚਖੰਡ ਨੂੰ ਚੱਲਿਓ, ਗੁਰੂ ਕੌਣ ਹੋਵੇਗਾ ਆਪਣੀ ਥਾਂ ਤੇ, ਆਪ ਕਿਰਪਾ ਕਰਕੇ ਬਖਸ਼ੋ। ਉਸ ਵੇਲੇ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜ ਨੇ ਆਪਣੇ ਸੱਜੇ ਹੱਥ ਵਿੱਚ ਨਾਰੀਅਲ ਫੜ ਕੇ 5 ਪੈਸੇ ਫੜ ਕੇ ਗੁਰਤਾ ਗੱਦੀ ਦੇ ਉੱਪਰ ਰੱਖ ਕੇ ਮੱਥਾ ਟੇਕ ਕੇ ਪਰਿਕਰਮਾ ਕਰਕੇ ਆਖਿਆ, ਕਹਿਣ ਲੱਗੇ ਸੰਗਤ ਜੀ ਬਾਬਾ ਬਸਹਿ ਗ੍ਰਾਮ ਬਕਾਲੇ, ਬਨ ਗੁਰ ਸੰਗਤ ਆਪ ਸੰਭਾਲੇ। ਇਹ ਬਚਨ ਕਰਕੇ ਨਾ ਉੱਥੇ ਫਿਰ ਬਾਬਾ ਬੁੱਢਾ ਸਾਹਿਬ ਦੀ ਕੁੱਲ ਵਿੱਚੋਂ ਭਾਈ ਗੁਰਦਿੱਤਾ ਜੀ ਉੱਥੇ ਕੋਲ ਨੇ, ਜਿਨ੍ਹਾਂ ਦਾ ਇਤਿਹਾਸ ਬਚਨ ਆਪਾਂ ਪਹਿਲਾਂ ਸਰਵਣ ਕੀਤਾ। ਸਤਿਗੁਰੂ ਕਹਿਣ ਲੱਗੇ ਗੁਰਤਾ ਗੱਦੀ ਲੈ ਜਾ। ਗੁਰਤਾ ਗੱਦੀ ਲਿਜਾ ਕੇ ਜਿਹੜੇ ਗੁਰੂ ਪਾਤਸ਼ਾਹ ਨੇ ਉਹਨਾਂ ਨੂੰ ਭੇਟ ਕਰਦੇ ਭਾਈ, ਪਰ ਬਚਨ ਗੁਪਤ ਰੱਖਣਾ, ਦੱਸਣਾ ਨਹੀਂ ਕਿਸੇ ਨੂੰ। ਸਤਿਗੁਰੂ ਹਰਿਕ੍ਰਿਸ਼ਨ ਮਹਾਰਾਜ ਸਾਹਿਬ ਜੀ ਜੋਤੀ ਜੋਤ ਸਮਾ ਗਏ। ਸਿੱਖ ਗੁਰਤਾ ਗੱਦੀ ਲੈ ਕੇ ਬਾਬਾ ਬਕਾਲਾ ਸਾਹਿਬ ਪਹੁੰਚੇ। ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਜਾਣਿਆ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੀ ਦਾਤ ਆਈ ਹੈ। ਮਹਾਰਾਜ ਜੀ ਸਿੱਖ ਨੂੰ ਵੇਖ ਕੇ ਉੱਠ ਕੇ ਖੜੇ ਹੋ ਗਏ। ਸਿੱਖ ਨੇ 5 ਪੈਸੇ ਨਾਰੀਅਲ ਰੱਖ ਕੇ ਮੱਥਾ ਟੇਕ ਕੇ ਆਖਿਆ, ਮਹਾਰਾਜ ਤੁਹਾਡੇ ਵਾਸਤੇ ਗੁਰਿਆਈ ਆਈ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀਆਂ ਨੇ ਸੀਸ ਝੁਕਾ ਕੇ ਉਹ ਦਿੱਤੀ ਹੋਈ ਜਿਹੜੀ ਵਸਤੂ ਹੈ ਨਾ 5 ਪੈਸੇ ਤੇ ਨਾਰੀਅਲ ਸਮੱਗਰੀ ਆਪਣੇ ਹੱਥਾਂ ਵਿੱਚ ਲੈ ਕੇ ਆਪਣੇ ਮਸਤਕ ਨੂੰ ਲਾ ਕੇ ਨਮਸਕਾਰ ਕਰਕੇ ਆਖਿਆ, ਅਸੀਂ ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਦੀ ਜਿਵੇਂ ਬਣਦਾ ਉਵੇਂ ਹੀ ਸੇਵਾ ਕਰਾਂਗੇ। ਨਾਲ ਹੀ ਬਚਨ ਆਖਿਆ, ਕਹਿਣ ਲੱਗੇ ਸਿੱਖਾ ਇਹ ਬਚਨ ਸੰਗਤ ਵਿੱਚ ਨਹੀਂ ਦੱਸਣਾ ਹੈ, ਬਚਨ ਨੂੰ ਗੁਪਤ ਕਰਕੇ ਰੱਖੋ, ਸਮਾਂ ਆਵੇਗਾ ਤੇ ਫਿਰ ਬਚਨ ਪ੍ਰਗਟ ਕਰਾਂਗੇ। ਅਜੇ ਅਸੀਂ ਇੱਥੇ ਸਮਾਧੀ ਵਿੱਚ ਇਸੇ ਤਰ੍ਹਾਂ ਹੀ ਰਹਿਣਾ ਚਾਹੁੰਦੇ ਹਾਂ। ਅਜੇ ਸਮਾਧੀ ਵਿੱਚ ਹੀ ਸਾਨੂੰ ਬੜਾ ਆਨੰਦ ਆ ਰਿਹਾ, ਅਜੇ ਅਸੀਂ ਪ੍ਰਗਟ ਨਹੀਂ ਹੋਣਾ ਚਾਹੁੰਦੇ। ਭਾਈ ਗੁਰਦਿੱਤਾ ਜੀ ਨੇ ਜਾਣਿਆ ਉਸ ਵੇਲੇ, ਮਹਾਰਾਜ ਜਿਵੇਂ ਆਪ ਜੀ ਦਾ ਆਨੰਦ ਹੈ, ਜਿਵੇਂ ਆਪ ਜੀ ਚਾਹੁੰਦੇ ਇਸੇ ਤਰ੍ਹਾਂ ਹੀ ਕਰੋ। ਆਪ ਚਲੇ ਗਏ। ਸਤਿਗੁਰੂ ਬੈਠੇ ਰਹੇ ਭੋਰੇ ਦੇ ਅੰਦਰ। ਕੱਲ੍ਹ ਆਪਾਂ ਸਾਖੀ ਸਰਵਣ ਕੀਤੀ ਹੈ। ਫਿਰ ਭਾਈ ਮੱਖਣ ਸ਼ਾਹ ਲੁਬਾਣਾ ਜੀ ਆਏ। ਉਹਨਾਂ ਨੇ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਮੱਥਾ ਟੇਕਿਆ ਤੇ ਉਸ ਵੇਲੇ ਕਹਿਣ ਲੱਗਾ, ਸਤਿਗੁਰੂ ਸੰਗਤਾਂ ਨੂੰ ਦਰਸ਼ਨ ਦਿਓ। ਮਹਾਰਾਜ ਕਹਿੰਦੇ, ਨਹੀਂ ਭਾਈ ਅਸੀਂ ਇੱਥੇ ਹੀ ਅਜੇ ਬੈਠਣਾ ਹੈ, ਪਰ ਤੂੰ ਵੀ ਇਹ ਬਚਨ ਬਾਹਰ ਜਾ ਕੇ ਨਾ ਦੱਸੀ। ਜੇ ਬਚਨ ਦੱਸੇਗਾ ਤੇਰਾ ਮੂੰਹ ਅਸੀਂ ਕਾਲਾ ਕਰਾਂਗੇ, ਤੇਰੇ ਮੂੰਹ ਤੇ ਕਾਲਖ ਮਲਾਂਗੇ ਜੇ ਬਚਨ ਬਾਹਰ ਜਾ ਕੇ ਪ੍ਰਗਟ ਕੀਤਾ। ਭਾਈ ਮੱਖਣ ਸ਼ਾਹ ਲੁਬਾਣਾ ਬਾਹਰ ਆਏ, ਸੰਗਤਾਂ ਨੂੰ ਵਿਆਕੁਲ ਵੇਖਿਆ। ਪੂਰੇ ਗੁਰੂ ਦੀ ਭਾਲ ਵਿੱਚ ਸੰਗਤਾਂ ਵਿਚਾਰੀਆਂ ਇੱਧਰ ਉੱਧਰ ਭੜਕਦੀਆਂ ਪਈਆਂ। ਪਖੰਡੀ ਤੇ ਠੱਗ ਗੁਰੂ ਜਿਹੜੇ ਸੰਗਤਾਂ ਨੂੰ ਲੁੱਟਦੇ ਪਏ। ਉਸ ਵੇਲੇ ਮਨ ਵਿੱਚ ਜਾਣਿਆ, ਇਹਦੇ ਤੋਂ ਵੱਡਾ ਪਰਉਪਕਾਰ ਕੀ ਹੋ ਸਕਦਾ ਹੈ। ਆ ਕੇ ਮੱਖਣ ਸ਼ਾਹ ਲੁਬਾਣਾ ਜੀ ਨੇ ਮਾਤਾ ਨਾਨਕੀ ਜੀ ਨੂੰ ਮੱਥਾ ਟੇਕਿਆ, ਮਾਤਾ ਗੁਜਰੀ ਜੀ ਨੂੰ ਮੱਥਾ ਟੇਕ ਕੇ ਆਗਿਆ ਮੰਗੀ ਹੈ, ਆਪ ਆਗਿਆ ਦਿਓ, ਸਤਿਗੁਰਾਂ ਨੂੰ ਹੁਣ ਪ੍ਰਗਟ ਕਰਨ ਦਾ ਸਮਾਂ ਆਇਆ ਹੈ। ਗੁਰਮੁਖੋ ਆਪ ਲੰਗਰ ਦੇ ਵਿੱਚ ਜਾ ਕੇ ਨਾ ਭਾਈ ਮੱਖਣ ਸ਼ਾਹ ਲੁਬਾਣਾ ਨੇ ਤਵੇ ਦੀ ਕਾਲਖ ਦੇ ਉੱਪਰ ਆਪਣਾ ਹੱਥ ਫੇਰ ਕੇ ਤੇ ਉਹੀ ਹੱਥ ਆਪਣੇ ਮੂੰਹ ਤੇ ਫੇਰਿਆ। ਆਪਣਾ ਮੂੰਹ ਆਪੇ ਹੀ ਕਾਲਾ ਕਰਕੇ ਸਤਿਗੁਰਾਂ ਦੇ ਕੋਲ ਜਾ ਕੇ ਆਖਦਾ, ਮਹਾਰਾਜ ਜਿਹੜਾ ਮੂੰਹ ਤੁਸੀਂ ਕਾਲਾ ਕਰਨਾ ਸੀ ਉਹ ਮੈਂ ਆਪੇ ਹੀ ਕਾਲਾ ਕਰ ਲਿਆ। ਮੈਂ ਤੁਹਾਡਾ ਬਚਨ ਮੰਨ ਲਿਆ ਸੱਚੇ ਪਾਤਸ਼ਾਹ। ਹੁਣ ਆਪ ਆਪਣੇ ਸਿੱਖ ਦੀ ਬੇਨਤੀ ਮੰਨੋ,
ਹੁਣ ਮੈਂ ਤੁਹਾਨੂੰ ਪ੍ਰਗਟ ਕੀਤੇ ਬਿਨਾਂ ਨਹੀਂ ਰਹਿ ਸਕਦਾ। ਇਸ ਤਰ੍ਹਾਂ ਭਾਈ ਮੱਖਣ ਸ਼ਾਹ ਨੇ ਕਹਿ ਕੇ ਕੋਠੇ ਦੇ ਉੱਪਰ ਚੜ੍ਹ ਕੇ ਗੁਰਮੁਖੋ ਢੋਲ ਵਜਾ ਵਜਾ ਕੇ ਪੱਲਾ ਫੇਰ ਫੇਰ ਕੇ ਗਲੀਆਂ ਦੇ ਵਿੱਚ ਤੁਰਿਆ ਫਿਰਦਾ ਹੈ। ਸੰਗਤ ਨੂੰ ਆਖਦਾ, ਸੰਗਤ ਜੀ ਭੋਲੀਏ ਸੰਗਤੇ ਗੁਰ ਲਾਧੋ ਰੇ, ਗੁਰ ਲਾਧੋ ਰੇ। ਇਸ ਤਰ੍ਹਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਭਾਈ ਮੱਖਣ ਸ਼ਾਹ ਲੁਬਾਣਾ ਨੇ ਪ੍ਰਗਟ ਕੀਤਾ। ਬਾਕੀ ਦਾ ਇਤਿਹਾਸ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਕੁਝ ਸਰਵਣ ਕਰ ਚੁੱਕੇ ਹਾਂ। ਰਹਿੰਦਾ ਹੋਇਆ ਮਹਾਰਾਜ ਦਾ ਇਤਿਹਾਸ ਆਪਾਂ ਅਗਲੇ ਦੀਵਾਨ ਵਿੱਚ ਫਿਰ ਇੱਥੋਂ ਅੱਗੇ ਸਰਵਣ ਕਰਾਂਗੇ। ਜੋ ਸਤਿਗੁਰਾਂ ਨੇ ਬਾਣੀ ਦੇ ਸ਼ਲੋਕ ਬਖਸ਼ਿਸ਼ ਕੀਤੇ ਉਹ ਆਪਾਂ ਸਰਵਣ ਕਰਨਾ ਕਰੀਏ। ਵਿਖਿਆਨ ਸਿਉ ਕਾਹੇ ਰਚਿਓ। ਮਹਾਰਾਜ ਕਹਿਣ ਲੱਗੇ ਭਾਈ ਵਿਖਿਆਨ ਜਿਹੜੇ ਵਿਸ਼ੇ ਵਿਕਾਰ ਨੇ, ਕੋਈ ਕਾਮ ਦੇ ਵਿੱਚ, ਕੋਈ ਕ੍ਰੋਧ ਵਿੱਚ, ਕੋਈ ਲੋਭ ਦੇ ਵਿੱਚ, ਕੋਈ ਮੋਹ ਵਿੱਚ, ਕੋਈ ਹੰਕਾਰ ਵਿੱਚ, ਇਹਨਾਂ ਵਿਕਾਰਾਂ ਵਿੱਚ ਦੁਨੀਆ ਲੱਗੀ ਹੈ। ਸ਼ਬਦ ਸਪਰਸ਼ ਰੂਪ ਰਸ ਗੰਧ ਇਹਨਾਂ ਵਿਸ਼ਿਆਂ ਵਿੱਚ ਲੱਗੇ। ਸੋ ਜਿਹੜਾ ਸ਼ਬਦ ਹੈ ਕੰਨਾਂ ਦਾ ਰਸ ਉਹਦੇ ਵਿੱਚ ਪਏ ਹੋਏ, ਸਪਰਸ਼ ਚਮੜੀ ਦਾ ਜਿਹੜਾ ਇੱਕ ਦੂਜੇ ਨਾਲ ਸਪਰਸ਼ ਕਰਨਾ ਇਹ ਸਵਾਦ ਵਿੱਚ ਪਏ ਹੈ, ਰੂਪ ਅੱਖਾਂ ਦੇ ਨਾਲ ਵੇਖੀ ਜਾਣਾ ਇਸ ਰਸ ਵਿੱਚ ਪਏ ਹੋਏ, ਗੰਧ ਸੁਗੰਧੀ ਲੈਣ ਦਾ ਵਿਕਾਰ ਚਿੰਬੜਿਆ ਹੋਇਆ, ਰੂਪ ਰਸ ਤੇ ਰਸ ਜ਼ੁਬਾਨ ਦੇ ਸਵਾਦ ਲੈਣੇ ਇਹਨਾਂ ਵਿੱਚ ਦੁਨੀਆ ਦੇ ਲੋਕ ਪਏ ਹੋਏ। ਜਿਵੇਂ ਮੱਛੀ ਖਾਣ ਦਾ ਸਵਾਦ ਲੈਂਦੀ ਹੈ, ਐਸੇ ਤਰ੍ਹਾਂ ਹਿਰਨ ਸੁਣਨ ਦਾ ਸਵਾਦ ਲੈਂਦਾ ਹੈ, ਜਿਹੜਾ ਇਸੇ ਤਰ੍ਹਾਂ ਪਤੰਗਾ ਹੈ ਉਹ ਵੇਖਣ ਦਾ ਸਵਾਦ ਲੈਂਦਾ ਹੈ, ਭੌਰਾ ਜਿਹੜਾ ਹੈ ਉਹ ਸੁੰਘਣ ਦਾ ਸਵਾਦ ਲੈਂਦਾ ਹੈ। ਇਹ ਸਾਰੀਆਂ ਹੀ, ਜਿਵੇਂ ਹਾਥੀ ਹੈ ਉਹ ਚਮੜੀ ਦਾ ਸਵਾਦ ਲੈਂਦਾ ਹੈ, ਇਹਨਾਂ ਨੂੰ ਵਿਸ਼ੇ ਵਿਕਾਰ ਆਖਿਆ ਹੈ। ਪਾਤਸ਼ਾਹ ਕਹਿਣ ਲੱਗੇ ਵਿਖਿਆਨ ਸਿਉ ਕਾਹੇ ਰਚਿਓ। ਵਿਸ਼ੇ ਵਿਕਾਰਾਂ ਦੇ ਵਿੱਚ ਇਹ ਜੀਵ, ਇਹ ਮਨੁੱਖ ਜਾਂ ਇਹ ਸਿੱਖਾ ਤੂੰ ਕਿਉਂ ਲੱਗਾ ਹੋਇਆ? ਰਚਿਓ ਤੋਂ ਭਾਵ ਕਿਉਂ ਮਿਲਿਆ ਹੋਇਆ, ਕਿਉਂ ਤੂੰ ਤਦਾਕਾਰ ਹੋਇਆ ਹੈ? ਨਿਮਖ ਨਾ ਹੋਏ ਉਦਾਸ। ਇੱਕ ਨਿਮਖ ਜਿੰਨਾ ਸਮਾਂ ਵੀ ਕਦੇ ਵਿਸ਼ੇ ਵਿਕਾਰਾਂ ਤੋਂ ਪਰੇ ਨਹੀਂ ਹੋਇਆ। ਕਾਮ ਦਾ ਫੁਰਨਾ ਹਰ ਵੇਲੇ, ਕ੍ਰੋਧ ਦਾ ਫੁਰਨਾ ਹਰ ਵੇਲੇ, ਲੋਭ ਦਾ ਫੁਰਨਾ ਹਰ ਵੇਲੇ। ਇਹਨਾਂ ਫੁਰਨਿਆਂ ਦੇ ਵਿੱਚੋਂ ਇੱਕ ਨਿਮਖ ਜਿੰਨਾ ਸਮਾਂ ਵੀ ਤੂੰ ਕਦੇ ਪਰੇ ਨਹੀਂ ਹੋਇਆ ਵੀ ਚਲੋ ਛੱਡੋ ਇਹ ਕੰਮ ਕੀ ਕਰਨਾ ਹੈ। ਕੰਨਾਂ ਦੇ ਸੁਣਨ ਦੇ ਸਵਾਦ ਤੋਂ ਨਹੀਂ ਕਦੇ ਪਰੇ ਹੋਇਆ, ਅੱਖਾਂ ਦੇ ਵੇਖਣ ਦੇ ਸਵਾਦ ਤੋਂ ਪਰੇ ਨਹੀਂ ਹੋਇਆ, ਜ਼ੁਬਾਨ ਦੇ ਸਵਾਦ ਤੋਂ ਪਰੇ ਨਹੀਂ ਹੋਇਆ। ਪਾਤਸ਼ਾਹ ਕਹਿਣ ਲੱਗੇ ਨਿਮਖ ਨਾ ਹੋਏ ਉਦਾਸ। ਨਿਮਖ ਮਾਤਰ ਵੀ ਇਹਨਾਂ ਵਿਕਾਰਾਂ ਨੂੰ ਛੱਡਣ ਦਾ ਯਤਨ ਨਹੀਂ ਕੀਤਾ ਹੈ। ਕਹੋ ਨਾਨਕ ਭਜ ਹਰਮਨਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਪਿਆਰਿਆ ਹਰੀ ਹਰ ਪਰਮੇਸ਼ਰ ਦੇ ਨਾਮ ਦਾ ਭਜਨ ਕਰ, ਸਿਮਰਨ ਕਰ। ਸਿੱਖ ਨੇ ਬੇਨਤੀ ਕੀਤੀ ਮਹਾਰਾਜ ਜੇ ਸਿਮਰਨ ਕਰਾਂਗੇ ਪਰਮੇਸ਼ਰ ਦੇ ਨਾਮ ਦਾ ਤਾਂ ਕੀ ਹੋਵੇਗਾ? ਤੇ ਪਾਤਸ਼ਾਹ ਫਰਮਾਉਂਦੇ ਹਨ ਪਰ ਨ ਜਮ ਕੀ ਫਾਸ। ਮਹਾਰਾਜ ਕਹਿਣ ਲੱਗੇ ਭਾਈ ਜਮਾਂ ਦੀ ਫਾਹੀ ਨਹੀਂ ਤੇਰੇ ਗਲ ਵਿੱਚ ਪੈਗੀ। ਇਹ ਹੈ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਦਾ ਲਾਭ। ਲਾਭ ਕੀ ਹੈ? ਜਿਹੜੇ ਸਿਮਰਨ ਕਰਨਗੇ ਉਹ ਭਾਈ ਜਮਾਂ ਦੀ ਫਾਹੀ ਵਿੱਚ ਨਹੀਂ ਪੈਣਗੇ, ਜਮਾਂ ਦੀ ਫਾਹੀ ਟੁੱਟ ਜਾਏਗੀ। ਇਹ ਸ਼ਲੋਕ ਦੂਜਾ ਵਿਖਿਆਨ ਸਿਉ ਕਾਹੇ ਰਚਿਓ। ਵਿਸ਼ੇ ਵਿਕਾਰਾਂ ਵਿੱਚ ਕਿਉਂ ਫਸਿਆ ਹੋਇਆ? ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ, ਰੂਪ ਰਸ ਗੰਧ ਵਿੱਚ ਕਿਉਂ ਫਸਿਆ ਹੋਇਆ? ਨਿਮਖ ਨਾ ਹੋਏ ਉਦਾਸ। ਇੱਕ ਨਿਮਖ ਮਾਤਰ ਵੀ ਇਹਨਾਂ ਵਿਕਾਰਾਂ ਤੋਂ ਪਰੇ ਨਹੀਂ ਹੁੰਦਾ। ਹਰ ਵੇਲੇ ਤੈਨੂੰ ਫੁਰਨੇ ਆਈ ਜਾਂਦੇ, ਹਰ ਵੇਲੇ ਵਿਕਾਰਾਂ ਦੇ ਖਿਆਲ ਆਈ ਜਾਂਦੇ। ਪਾਤਸ਼ਾਹ ਕਹਿਣ ਲੱਗੇ ਕਹੋ ਨਾਨਕ ਭਜ ਹਰਮਨ। ਭਾਈ ਹਰੀ ਹਰ ਪਰਮੇਸ਼ਰ ਦੇ ਨਾਮ ਦਾ ਭਜਨ ਕਰ, ਸਿਮਰਨ ਕਰਿਆ ਕਰ, ਯਾਦ ਕਰਿਆ ਕਰ। ਪਾਤਸ਼ਾਹ ਯਾਦ ਕਰਾਂਗੇ ਫਿਰ ਕਹਿਣ ਲੱਗੇ ਪਰੈ ਨਾ ਜਮ ਕੀ ਫਾਸ। ਜਮਾਂ ਦੀ ਫਾਹੀ ਤੇਰੇ ਗਲ ਵਿੱਚ ਨਹੀਂ ਪਵੇਗੀ। ਸਤਿਗੁਰਾਂ ਦਾ ਸਿਮਰਨ ਐਸਾ ਹੈ ਜਮਾਂ ਦੀ ਫਾਹੀ ਟੁੱਟ ਜਾਏਗੀ। ਮਹਾਰਾਜ ਕੱਢ ਲੈਣਗੇ ਤੈਨੂੰ ਜਮਾਂ ਦੀ ਮਾਰ ਤੋਂ। ਐਸੀ ਬਖਸ਼ਿਸ਼ ਪ੍ਰਾਪਤ ਹੁੰਦੀ ਹੈ। ਤਰਨਾ ਪੋ ਇਉਂ ਹੀ ਗਇਓ। ਗੁਰਮੁਖੋ ਤਰਨਾ ਪੋ ਤੋਂ ਭਾਵ ਜਵਾਨੀ। ਜਵਾਨੀ ਐਵੇਂ ਹੀ ਚਲੇ ਗਈ। ਮਹਾਰਾਜ ਕਹਿਣ ਲੱਗੇ ਚਾਰ ਗਵਾਇਆ, ਹੰਡ ਕਹਿ ਚਾਰ ਗਵਾਇਆ। ਸਮ 4 ਪਹਿਰ ਦਿਹਾੜੀ ਦੇ ਇੱਧਰ ਉੱਧਰ ਗਲੀਆਂ ਕੱਛਦਿਆਂ ਲੰਘ ਗਏ। 4 ਪਹਿਰ ਫਿਰ ਬਰਾਬਰ ਹੀ ਸੌਂ ਕੇ ਲੰਘ ਗਏ। ਜ਼ਿੰਦਗੀ ਦਾ ਦਿਨ ਤੇ ਰਾਤ ਲੰਘ ਗਿਆ। ਦਿਨ ਰਾਤ ਲੰਘਦਿਆਂ ਲੰਘਦਿਆਂ ਗੁਰਮੁਖੋ ਇੱਕ ਸਮਾਂ ਆ ਗਿਆ ਜਵਾਨੀ ਵੀ ਲੰਘ ਗਈ। 12 ਬਰਸ ਬਾਲਪਨ ਬੀਤੇ, 20 ਬਰਸ ਕਸ ਤਪ ਨ ਕੀਓ, 30 ਬਰਸ ਕਸ ਦੇਵ ਨ ਪੂਜਾ, ਫਿਰ ਪਛਤਾਨਾ ਬਿਰਧ ਪਇਓ। ਮਹਾਰਾਜ ਕਹਿਣ ਲੱਗੇ ਭਾਈ ਘੁੰਮਦਿਆਂ ਫਿਰਦਿਆਂ ਸੰਸਾਰ ਦੇ ਪਦਾਰਥ ਖਾਂਦਿਆਂ ਤਰਨਾ ਪੋ ਇਉਂ ਹੀ ਗਇਓ। ਐਵੇਂ ਹੀ ਚਲਾ ਗਿਆ, ਫਜ਼ੂਲ ਹੀ ਚਲਾ ਗਿਆ, ਕੰਮ ਹੀ ਨਹੀਂ ਆਇਆ। ਜਵਾਨੀ ਇਸ ਤਰ੍ਹਾਂ ਘੁੰਮਦਿਆਂ ਹੀ ਕੱਢ ਦਿੱਤੀ ਹੈ, ਵਿਅਰਥ ਗਵਾ ਦਿੱਤੀ ਹੈ। ਜਵਾਨੀ ਕੰਮ ਨਹੀਂ ਆਈ ਹੈ। ਲਿਓ ਜਰਾ ਤਨ ਜੀਤ। ਤੇ ਫਿਰ ਜਵਾਨੀ ਤੋਂ ਅੱਗੇ ਕੀ ਹੋਵੇਗਾ? ਜਵਾਨੀ ਤੋਂ ਬਾਅਦ ਵਿੱਚ ਜਰਾ ਨਾਮ ਬੁਢੇਪੇ ਦਾ, ਬਜ਼ੁਰਗੀ ਦਾ। ਬੁੱਢਾ ਹੋ ਜਾਏਗਾ। ਇਸ ਬੁਢੇਪੇ ਨੇ ਤੈਨੂੰ ਜਿੱਤ ਲੈਣਾ ਹੈ।
ਜਿਹੜਾ ਜਵਾਨੀ ਵਿੱਚ ਆਖਦਾ ਸੀ ਨਾ, ਬੜੀਆਂ ਮੈਂ ਛਾਲਾਂ ਮਾਰਨੀਆਂ ਜਾਣਦਾ, ਬੜਾ ਮੈਂ ਭੱਜਣਾ ਜਾਣਦਾ, ਬੜੇ ਮੈਂ ਭਾਰ ਚੁੱਕਣੇ ਜਾਣਦਾ, ਮੇਰੀ ਯਾਦ ਸ਼ਕਤੀ ਬੜੀ ਤੇਜ਼ ਹੈ, ਮੇਰੀ ਸੁਣ ਸ਼ਕਤੀ ਬੜੀ ਤੇਜ਼ ਹੈ, ਮੈਂ ਬੋਲ ਬੜਾ ਚੰਗਾ ਲੈਂਦਾ, ਮੇਰੀ ਆਵਾਜ਼ ਬੜੀ ਚੰਗੀ ਹੈ, ਇਸ ਤਰ੍ਹਾਂ ਦੀਆਂ ਵੱਡੀਆਂ ਵੱਡੀਆਂ ਗੱਲਾਂ ਕਰਦਾ ਹੈ। ਸਮਾਂ ਆਉਂਦਾ ਹੈ, ਸਰੀਰ ਉਹੀ ਹੈ, ਜਵਾਨੀ ਢਲੀ ਹੈ ਤੇ ਬੁਢੇਪਾ ਆਇਆ ਹੈ। ਹੁਣ ਆਖਦਾ ਨਾ ਤੇ ਕੁਝ ਯਾਦ ਰਹਿੰਦਾ ਹੈ, ਨਾ ਕੁਝ ਮੈਨੂੰ ਸੁਣਦਾ, ਨਾ ਬੋਲਿਆ ਜਾਂਦਾ ਹੈ, ਨਾ ਹੀ ਮੇਰੇ ਤੋਂ ਵੇਖਿਆ ਜਾਂਦਾ। ਨੈਣੋ ਨੀਰ ਬਹਿ ਤਨ ਖੀਨਾ, ਭੈ ਕੇਸ ਦੁੱਧਵਾਨੀ, ਰੂਦਾ ਕੰਠ ਸ਼ਬਦ ਨਹੀਂ ਉਚਰਿਆ, ਅਬ ਕਿਆ ਕਰੇ ਪ੍ਰਾਨੀ। ਮਹਾਰਾਜ ਦੇ ਬਚਨ। ਪਾਤਸ਼ਾਹ ਕਹਿਣ ਲੱਗੇ, ਭਾਈ ਲਿਓ ਜਰਾ ਤਨ ਜੀਤ, ਬੁਢੇਪੇ ਨੇ ਇੱਕ ਸਮਾਂ ਐਸਾ ਆਉਣਾ ਤੇਰੇ ਸਰੀਰ ਨੂੰ ਜਿੱਤ ਲੈਣਾ। ਜਿਹੜਾ ਅੱਜ ਦੌੜਿਆ ਭੱਜਿਆ ਫਿਰਦਾ ਹੈ, ਪਾਣੀ ਪੀਣ ਤੋਂ ਅਸਮਰੱਥ ਹੋ ਜਾਵੇਗਾ, ਭੋਜਨ ਪ੍ਰਸ਼ਾਦਾ ਛਕਣ ਤੋਂ ਅਸਮਰੱਥ ਹੋਵੇਗਾ, ਐਸੀ ਹਾਲਤ ਬਣ ਜਾਣੀ ਹੈ, ਤੁਰਨ ਫਿਰਨ ਤੋਂ ਬੜੀ ਮੁਸ਼ਕਿਲ ਹੋ ਜਾਏਗੀ। ਬਾਬਾ ਫਰੀਦ ਸਾਹਿਬ ਜੀ ਕਹਿਣ ਲੱਗੇ, ਇੰਨੀ ਨਿੱਕੀ ਜੰਗੀ ਹੈ, ਥਾਲ ਡੂੰਗਰ ਭਵੇ ਓਮ, ਆਜ ਫਰੀਦਾ ਕੂਜੜਾ ਸੈ ਕੋਹਾਂ ਥੀ ਓਮ। ਸੋ ਐਸੀ ਹਾਲਤ, ਕਹਿਣ ਲੱਗੇ ਜਵਾਨੀ ਚਲੇ ਗਈ ਹੈ ਤੇ ਬੁਢੇਪੇ ਨੇ ਆ ਕੇ ਤੈਨੂੰ ਗਰਸ ਲਿਆ ਹੈ। ਕਹੋ ਨਾਨਕ ਭਜ ਹਰਮਨਾ। ਮਹਾਰਾਜ ਜਦੋਂ ਬੁੱਢੇ ਹੋ ਜਾਈਏ ਫਿਰ ਤੇ ਨਾਮ ਨਹੀਂ ਨਾ ਜਪਿਆ ਜਾ ਸਕਦਾ। ਪਾਤਸ਼ਾਹ ਕਹਿਣ ਲੱਗੇ, ਨਹੀਂ ਭਾਈ, ਬਜ਼ੁਰਗੀ ਦੇ ਵਿੱਚ ਵੀ ਜਪਿਆ ਜਾ ਸਕਦਾ ਹੈ। ਗੁਰੂ ਅਮਰਦਾਸ ਪਾਤਸ਼ਾਹ 72 ਸਾਲ ਦੀ ਉਮਰ ਵਿੱਚ ਆ ਗਏ ਸਨ ਸੇਵਾ ਕਰਨ ਵਾਸਤੇ। ਗੁਰਮੁਖ ਬੁੱਢੇ ਕਦੇ ਨਾਹੀਂ, ਇਹ ਗੁਰਬਾਣੀ ਦਾ ਮਹਾਵਾਕ ਹੈ। ਗੁਰਮੁਖ ਆਪਣਾ ਬਚਨ ਪੂਰਾ ਕਰਦੇ। ਸਤਿਗੁਰੂ ਕਹਿਣ ਲੱਗੇ, ਨਹੀਂ ਭਾਈ, ਬੁੱਢਾ ਹੋ ਗਿਆ ਤੇ ਐਵੇਂ ਝੂਰੀ ਨਾ ਜਾਈ ਵੀ ਬੜਾ ਮੈਨੂੰ ਘਾਟਾ ਪੈ ਗਿਆ। ਬਜ਼ੁਰਗ ਹੋ ਕੇ ਵੀ ਮਾਲਾ ਫੜ ਲਾ, ਕਰ ਲਾ ਸਿਮਰਨ ਜੇ ਕਰ ਸਕਦਾ। ਰੱਬ ਨੂੰ ਚੇਤੇ ਕਰ ਜਿੰਨਾ ਕਰਿਆ ਜਾਂਦਾ ਹੈ। ਪਿਛਲੀ ਉਮਰ ਗੁਨਾਹੀ ਬੀਤੀ, ਪ੍ਰਭ ਕੀ ਭਗਤ ਨਾ ਕੀਤੀ, ਆਗੇ ਸਮਝ ਚੱਲੋ ਨੰਦ ਲਾਲਾ ਪਾਤਸ਼ਾਹ ਜੋ ਬੀਤੀ ਸੋ ਬੀਤੀ। ਹੁਣ ਪਿਛਲੀ ਉਮਰ ਤੇ ਝੂਰਾ ਨਾ ਕਰ ਵੀ ਜਵਾਨੀ ਵਿੱਚ ਇਸ ਤਰ੍ਹਾਂ ਦਾ ਸੀ, ਬਚਪਨ ਵਿੱਚ ਇਸ ਤਰ੍ਹਾਂ ਦਾ ਸੀ। ਬਜ਼ੁਰਗ ਹੋ ਗਿਆ ਤਾਂ ਕੀ ਹੋਇਆ, ਚੇਤਾ ਭੁੱਲਣ ਲੱਗ ਪਿਆ। ਵਾਹਿਗੁਰੂ ਦਾ ਨਾਮ ਇੰਨਾ ਸੌਖਾ, ਉਹ ਚੇਤਾ ਹੀ ਨਹੀਂ ਭੁੱਲੇਗਾ। ਭਾਵੇਂ ਰਿਸ਼ਤੇਦਾਰਾਂ ਦੇ ਨਾਮ ਭੁੱਲ ਜਾਣ, ਵਾਹਿਗੁਰੂ ਨਹੀਂ ਭੁੱਲੇਗਾ। ਭਾਵੇਂ ਤੇਰੀਆਂ ਅੱਖਾਂ ਤੋਂ ਦਿਸਣਾ ਘਟ ਗਿਆ, ਵਾਹਿਗੁਰੂ ਬਿਨਾਂ ਵੇਖਣ ਤੋਂ ਹੀ ਤੂੰ ਜਪ ਸਕਦਾ। ਬੁੱਢਾ ਹੋ ਗਿਆ, ਫਿਕਰ ਨਾ ਕਰ। ਪਾਤਸ਼ਾਹ ਕਹਿਣ ਲੱਗੇ, ਕਹੋ ਨਾਨਕ ਭਜ ਹਰਮਨ। ਭਾਈ ਉਸ ਦੇ ਨਾਮ ਨੂੰ ਅਜੇ ਵੀ ਜਪਿਆ ਜਾ ਸਕਦਾ, ਜਪ ਲੈਣਾ ਕਰ। ਔਦ ਜਾਤ ਹੈ ਬੀਤ। ਇਹ ਤੇਰੀ ਜਿਹੜੀ ਔਦ ਉਮਰਾ ਹੈ ਨਾ, ਇਹ ਬਤੀਤ ਹੁੰਦੀ ਜਾ ਰਹੀ ਹੈ। ਜਿਹੜਾ ਕੱਲ ਆਪਣੀ ਜ਼ਿੰਦਗੀ ਚੋਂ ਲੰਘ ਗਿਆ ਨਾ, ਉਹ ਦੁਬਾਰਾ ਨਹੀਂ ਆਉਣਾ। ਜਿਹੜਾ ਅੱਜ ਦਾ ਦਿਨ ਲੰਘ ਗਿਆ ਜ਼ਿੰਦਗੀ ਚੋਂ, ਇਹ ਦੁਬਾਰਾ ਨਹੀਂ ਆਵੇਗਾ। ਇਹ ਉਮਰਾ ਬਤੀਤ ਹੁੰਦੀ ਜਾ ਰਹੀ ਹੈ। ਔਦ ਘਟੈ ਦਿਨਸ ਰਹਿ ਨਾਰੇ। ਜਦੋਂ ਆਪਾਂ ਰਾਤ ਨੂੰ ਸੌਂਦੇ ਹਾਂ ਨਾ, ਉਸ ਵੇਲੇ ਬਾਣੀ ਪੜ੍ਹਦੇ ਹਾਂ। ਇਸ ਬਾਣੀ ਵਿੱਚੋਂ ਮਹਾਰਾਜ ਨੇ ਚੇਤਾ ਕਰਵਾਇਆ। ਗੁਰੂ ਕਿਹਾ, ਸਿੱਖਾ ਸੌਣ ਵੇਲੇ ਜਦੋਂ ਬਚਨ ਪੜ੍ਹੇਗਾ ਨਾ, ਫਿਰ ਇਹ ਬਚਨ ਆਵੇਗਾ, ਔਦ ਘਟੈ ਦਿਨਸ। ਜਿਹੜਾ ਦਿਨ ਮੇਰਾ ਲੰਘ ਗਿਆ ਹੈ, ਇਹ ਮੇਰੀ ਅੱਜ ਉਮਰਾ ਘਟ ਗਈ ਹੈ। ਹੁਣ ਮੈਂ ਸੌਣ ਲੱਗਾ ਹਾਂ, ਇਹ ਰਾਤ ਵੀ ਮੇਰੀ ਜ਼ਿੰਦਗੀ ਵਿੱਚੋਂ ਘਟ ਜਾਣੀ ਹੈ। ਔਦ ਘਟੈ ਦਿਨਸ ਰਹਿ ਨਾਰੇ। ਸੌਣ ਲੱਗਿਆਂ ਵੀ ਮਹਾਰਾਜ ਨੇ ਬਚਨ ਚੇਤੇ ਕਰਾਇਆ। ਗੁਰੂ ਕਿਹਾ, ਸਿੱਖਾ ਝਾਤੀ ਮਾਰੀ, 12 ਘੰਟੇ ਅੱਜ ਦਿਨ ਦੇ ਮੈਂ ਕੀਤਾ ਕੀ ਹੈ, ਕਿੰਨੀ ਕੁ ਕਮਾਈ ਕੀਤੀ ਨਾਮ ਦੀ। ਹੁਣ ਮੈਂ 12 ਘੰਟੇ ਅਗਲੇ ਸੌਣ ਲੱਗਾ ਹਾਂ, ਇਹ ਤੇ ਮੇਰਾ ਦਿਨ ਫਜ਼ੂਲ ਲੰਘ ਗਿਆ। ਪਾਤਸ਼ਾਹ ਕਹਿਣ ਲੱਗੇ, ਭਾਈ ਔਦ ਜਾਤ ਹੈ ਬੀਤ, ਇਹ ਸਮਾਂ ਬਤੀਤ ਹੁੰਦਾ ਜਾ ਰਿਹਾ, ਇਹ ਦੁਬਾਰਾ ਨਹੀਂ ਆਉਣਾ। ਇਸ ਕਰਕੇ ਭਾਈ ਜਿੰਨਾ ਜਪਿਆ ਜਾਂਦਾ, ਜਿਵੇਂ ਜਪਿਆ ਜਾ ਸਕਦਾ, ਉਹਦੇ ਨਾਮ ਨੂੰ ਜਪ ਲੈਣਾ ਕਰ, ਤੇਰਾ ਭਲਾ ਹੋਵੇਗਾ। ਬਿਰਦ ਪਇਓ ਸੂਝੈ ਨਹੀਂ। ਸਤਿਗੁਰੂ ਕਹਿਣ ਲੱਗੇ, ਭਾਈ ਤਰਨਾ ਪੋ ਇਉਂ ਹੀ ਗਇਓ। ਜਵਾਨੀ ਇਸ ਤਰ੍ਹਾਂ ਹੀ ਚਲੇ ਗਈ, ਵਿਸ਼ੇ ਵਿਕਾਰਾਂ ਵਿੱਚ ਇੱਧਰ ਉੱਧਰ ਘੁੰਮਦਿਆਂ, ਸੰਸਾਰੀ ਕੰਮ ਕਰਦਿਆਂ। ਲਿਓ ਜਰਾ ਤਨ ਜੀਤ, ਬੁਢੇਪੇ ਨੇ ਆ ਕੇ ਤੈਨੂੰ ਜਿੱਤ ਲਿਆ। ਸਰੀਰ ਕਮਜ਼ੋਰ ਹੋ ਗਿਆ, ਚਲਨੋਂ ਫਿਰਨੋਂ ਅਸਮਰੱਥ ਹੋ ਗਿਆ, ਖਾਣ ਪੀਣ ਬੋਲਣ ਦੀ ਸ਼ਕਤੀ ਨਹੀਂ ਰਹੀ ਹੈ। ਫਿਰ ਵੀ ਕਹੋ ਨਾਨਕ ਭਜ ਹਰਮਨਾ। ਅਜੇ ਵੀ ਰੱਬ ਦਾ ਨਾਮ ਜਪ ਲਾ ਜੇ ਜਪ ਸਕਦਾ ਹੈ, ਨਹੀਂ ਤੇ ਔਦ ਜਾਤ ਹੈ ਬੀਤ। ਉਮਰਾ ਬਤੀਤ ਹੁੰਦੀ ਜਾ ਰਹੀ ਹੈ। ਜੇ ਜਵਾਨੀ ਨਹੀਂ ਰਹੀ ਤੇ ਰਹਿਣਾ ਬੁਢੇਪਾ ਵੀ ਨਹੀਂ ਹੈ। ਇਹ ਵੀ ਨਹੀਂ ਰਹਿਣਾ ਸਮਾਂ, ਇਹ ਵੀ ਨਿਕਲ ਜਾਣਾ। ਇੱਕ ਦਿਨ ਸਮਾਂ ਆਉਣਾ, ਮੌਤ ਆ ਜਾਣੀ ਹੈ। ਇਸ ਕਰਕੇ ਭਾਈ ਇਸ ਉਮਰਾਂ ਨੂੰ ਸਫਲਾ ਕਰ ਲਾ, ਤੇਰੀ ਉਮਰਾ ਬਤੀਤ ਹੁੰਦੀ ਜਾਂਦੀ ਹੈ। ਬਿਰਦ ਪਇਓ ਸੂਝੈ ਨਹੀਂ। ਜਦੋਂ ਬੁੱਢਾ ਹੋ ਗਿਆ ਨਾ, ਫਿਰ ਕੋਈ ਸਮਝ ਨਹੀਂ ਰਹਿ ਜਾਂਦੀ ਹੈ। ਵੇਖਣ ਤੋਂ ਅੱਖਾਂ ਜਵਾਬ ਦੇ ਗਈਆਂ, ਸੁਣਨ ਤੋਂ ਕੰਨ ਜਵਾਬ ਦੇ ਗਏ, ਬੋਲਣ ਦੀ ਸਮਰੱਥਾ ਨਹੀਂ ਹੈ, ਚੱਲਣ ਫਿਰਨ ਦੀ ਸਮਰੱਥਾ ਨਹੀਂ ਹੈ। ਬਿਰਦ ਭਇਓ ਸੂਝੈ ਨਹੀਂ, ਕੁਝ ਨਹੀਂ ਸੁਝਦਾ ਬੁਝਦਾ। ਸਭ ਕੁਝ ਹੁਣ ਆਪਣੇ ਹੱਥ ਜਿਹੜੇ ਨੇ ਕੰਬਣ ਲੱਗ ਪਿਆ, ਡਾਵਾਂ ਡੋਲ ਹੋ ਗਈ ਜ਼ਿੰਦਗੀ ਹੈ।
ਐਸੀ ਹਾਲਤ ਬਣ ਗਈ ਹੈ। ਕਾਲ ਪਹੁੰਚਿਓ ਆਨ। ਹੁਣ ਕੋਈ ਪਤਾ ਨਹੀਂ ਹੈ ਵੀ ਕਾਲ ਨੇ ਕਦੋਂ ਆਵਾਜ਼ ਮਾਰ ਦੇਣੀ, ਜਮ ਕਦੋਂ ਆ ਜਾਣੇ ਲੈਣ ਵਾਸਤੇ। ਵੈਸੇ ਤੇ ਜ਼ਿੰਦਗੀ ਦੇ ਵਿੱਚ ਕਿਸੇ ਵੀ ਪੜਾਅ 'ਤੇ ਭਰੋਸਾ ਨਹੀਂ ਵੀ ਮੌਤ ਕਦੋਂ ਆ ਜਾਣੀ ਹੈ, ਪਰ ਫਿਰ ਵੀ ਬਚਪਨ ਵਿੱਚ ਹੁੰਦਾ ਮੈਂ ਜਵਾਨ ਹੋਵਾਂਗਾ, ਮੈਂ ਇਹ ਕਰਾਂਗਾ। ਜਵਾਨੀ ਵਿੱਚ ਹੁੰਦਾ ਵੀ ਮੈਂ ਇਹ ਜ਼ਿੰਮੇਵਾਰੀਆਂ ਕਰਾਂਗਾ, ਫਿਰ ਮੈਂ ਬੁੱਢੇ ਹੋਣਾ ਹੈ। ਪਰ ਜਦੋਂ ਬੁੱਢਾ ਹੋ ਜਾਂਦਾ ਨਾ ਬਜ਼ੁਰਗ, ਹੁਣ ਇਹ ਨਹੀਂ ਕਹਿ ਸਕਦਾ ਵੀ ਮੈਂ ਦੁਬਾਰਾ ਫਿਰ ਜਵਾਨ ਹੋਣਾ ਹੈ। ਹੁਣ ਤੇ ਦਿਸਦਾ ਹੀ ਪਿਆ ਹੈ ਕਿ ਭਾਈ ਅੱਗੇ ਕਾਲ ਪਹੁੰਚਿਓ ਆਨ, ਹੁਣ ਤੇ ਮੌਤ ਪਹੁੰਚਣ ਵਾਲੀ ਹੈ, ਮੌਤ ਦਰਵਾਜ਼ਾ ਖੜਕਾਉਣ ਵਾਲੀ ਹੈ। ਹੁਣ ਤੇ ਸਮਾਂ ਆਉਣ ਹੀ ਵਾਲਾ ਜਦੋਂ ਜਮਾਂ ਨੇ ਆਵਾਜ਼ ਮਾਰਨੀ, ਚੱਲ ਭਾਈ ਤੇਰਾ ਸਮਾਂ ਆ ਗਿਆ। ਪਾਤਸ਼ਾਹ ਕਹਿਣ ਲੱਗੇ ਭਾਈ ਇਸ ਤਰ੍ਹਾਂ ਦਾ ਸਮਾਂ ਤੇਰੇ ਤੇ ਬੰਨਾ ਹੈ, ਬਿਰਧ ਭਇਓ, ਬੁੱਢਾ ਹੋ ਜਾਣਾ, ਸਮਝ ਸੂਝ ਬੂਝ ਕੁਝ ਰਹਿਣੀ ਨਹੀਂ। ਉਸ ਵੇਲੇ ਕਾਲ ਨੇ ਆ ਕੇ ਆਵਾਜ਼ ਮਾਰਨੀ ਹੈ, ਕਾਲ ਨੇ ਆ ਕੇ ਪਹੁੰਚ ਜਾਣਾ ਹੈ। ਕਉ ਨਾਨਕ ਨਰ ਬਾਵਰੇ। ਸਤਿਗੁਰੂ ਕਹਿਣ ਲੱਗੇ ਬਾਵਰਿਆ, ਬਾਵਰਾ ਕਹਿੰਦੇ ਝੱਲੇ ਨੂੰ, ਜਿਹੜਾ ਕਿਸੇ ਦੇ ਆਖੇ ਨਾ ਲੱਗੇ, ਮਨ ਮਰਜ਼ੀ ਕਰੇ, ਐਵੇਂ ਆਪਣੀਆਂ ਹੀ ਗੱਲਾਂ ਕਹਿੰਦਾ ਰਵੇ, ਉਹਨੂੰ ਕਹਿੰਦੇ ਬਾਵਰਾ ਹੈ, ਇਹ ਝੱਲਾ ਹੈ, ਇਹ ਮਸਤਾਨਾ ਹੈ। ਪਾਤਸ਼ਾਹ ਕਹਿਣ ਲੱਗੇ ਉਹ ਮਸਤਾਨਿਆ, ਉਹ ਬਾਵਰਿਆ, ਝੱਲਿਆ, ਬਜ਼ੁਰਗ ਹੋ ਗਿਆ, ਦਿਸਦਾ ਸੁਝਦਾ ਬੁਝਦਾ ਕੁਝ ਨਹੀਂ, ਮੌਤ ਕਾਲ ਤੇਰੇ ਦਰਵਾਜ਼ੇ ਤੇ ਆਉਣ ਵਾਲਾ ਹੈ। ਅਜੇ ਵੀ ਦੁਨੀਆਦਾਰੀ ਬਾਰੇ ਸੋਚਦਾ ਪਿਆ, ਪੋਤਰਿਆਂ ਦਾ ਵਿਆਹ ਵੇਖ ਲਵਾਂ, ਪੜਪੋਤਰਿਆਂ ਦੀਆਂ ਜ਼ਿੰਮੇਵਾਰੀਆਂ ਸਾਂਭ ਲਵਾਂ, ਆਹ ਵੀ ਕੰਮ ਕਰ ਲਵਾਂ, ਉਹ ਵੀ ਕੰਮ ਕਰ ਲਵਾਂ। ਤੇ ਪਾਤਸ਼ਾਹ ਕਹਿੰਦੇ ਫਿਰ ਬਾਵਰਾ ਹੀ ਹੋਇਆ ਨਾ, ਝੱਲਾ ਹੀ ਹੋਇਆ ਨਾ, ਜਿਹੜਾ ਅਜੇ ਵੀ ਸੰਸਾਰ ਦੇ ਸੁੱਖਾਂ ਦੇ ਵਿੱਚ, ਸੰਸਾਰ ਦੀਆਂ ਜ਼ਿੰਮੇਵਾਰੀਆਂ ਵਿੱਚ ਪਿਆ ਹੋਇਆ ਹੈ। ਕਿਉਂ ਨਾ ਭਜੈ ਭਗਵਾਨ। ਭਗਵਾਨ ਪਰਮੇਸ਼ਰ ਨੂੰ ਕਿਉਂ ਨਹੀਂ ਚੇਤੇ ਕਰਦਾ ਭਾਈ? ਚੇਤੇ ਕਰਨਾ ਕਿਉਂ ਨਹੀਂ ਚੇਤੇ ਕਰਦਾ ਉਸ ਅਕਾਲ ਪੁਰਖ ਨੂੰ? ਭਾਵੇਂ ਬੁੱਢਾ ਹੋ ਗਿਆ, ਭਾਵੇਂ ਕਿ ਮੌਤ ਆਉਣ ਵਾਲੀ ਹੈ, ਪਰ ਉਹ ਸਮਾਂ ਵੀ ਤੇਰੇ ਕੋਲ ਹੈ। ਜਿੰਨਾ ਸਮਾਂ ਜ਼ਿੰਦਗੀ ਹੈ, ਜਿੰਨਾ ਚਿਰ ਜ਼ਿੰਦਗੀ ਹੈ ਉਨਾ ਚਿਰ ਨਾਮ ਜਪ, ਸਾਸ ਸਾਸ ਸਿਮਰੋ ਗੋਬਿੰਦ। ਜਿੰਨੇ ਸਵਾਸ ਬਾਕੀ ਨੇ ਉਹ ਸਵਾਸ ਹੀ ਉਹਦਾ ਨਾਮ ਜਪ ਲਾ, ਤੇਰਾ ਭਲਾ ਹੋ ਜਾਵੇ। ਸੋ ਪਾਤਸ਼ਾਹ ਬਚਨ ਬਖਸ਼ਿਸ਼ ਕਰਦੇ, ਕਹਿਣ ਲੱਗੇ ਬਿਰਧ ਭਇਓ ਸੂਝੈ ਨਹੀਂ, ਬੁੱਢਾ ਹੋ ਗਿਆ, ਹੁਣ ਸੂਝ ਬੂਝ ਸਮਝ ਸਭ ਖਤਮ ਹੋ ਗਈ ਹੈ, ਚੇਤਾ ਭੁੱਲਦਾ, ਯਾਦ ਸ਼ਕਤੀ ਨਹੀਂ ਰਹੀ ਹੈ। ਕਾਲ ਪਹੁੰਚਿਓ ਆਨ, ਮੌਤ ਦਰਵਾਜ਼ਾ ਖੜਕਾਉਣ ਵਾਲੀ ਹੈ। ਬਾਬਾ ਫਰੀਦ ਸਾਹਿਬ ਜੀ ਕਹਿਣ ਲੱਗੇ ਮਲਕਲ ਮੌਤ ਜਾਂ ਆਵਸੀ, ਸਭ ਦਰਵਾਜ਼ੇ ਭੰਨ। ਹੁਣ ਮੌਤ ਆਉਣ ਲੱਗੀ ਹੈ ਦਰਵਾਜ਼ਾ ਤੋੜ ਕੇ, ਸਮਾਂ ਅੰਤ ਵਾਲਾ ਆ ਗਿਆ ਹੈ। ਕਹੋ ਨਾਨਕ ਨਰ ਬਾਵਰੇ, ਜੇ ਅਜੇ ਵੀ ਨਾਮ ਨਹੀਂ ਜਪਦਾ ਤੇ ਤੂੰ ਬਾਵਰਾ ਹੈ, ਤੂੰ ਝੱਲਾ ਹੈ, ਮਸਤਾਨਾ ਹੈ। ਜੇ ਅਜੇ ਵੀ ਜ਼ਿੰਦਗੀ ਦੀ ਸੱਚਾਈ ਨੂੰ ਸਮਝਿਆ ਨਹੀਂ, ਕਿਉਂ ਨਾ ਭਜੈ ਭਗਵਾਨ, ਕਿਉਂ ਨਹੀਂ ਪਰਮੇਸ਼ਰ ਨੂੰ ਚੇਤੇ ਕਰਦਾ, ਕਿਉਂ ਨਹੀਂ ਉਹਦੇ ਨਾਮ ਨੂੰ ਜਪਦਾ? ਇਸ ਤਰ੍ਹਾਂ ਦਾ ਤੂੰ ਵੱਡਾ ਮੂਰਖ ਹੈ। ਧਨ ਦਾਰਾ ਸੰਪਤ ਸਗਲ। ਵਿਅਕਤੀ ਸੰਸਾਰ ਦੇ ਵਿੱਚ ਧਨ ਇਕੱਠਾ ਕਰਦਾ, ਜਦੋਂ ਤੂੰ ਹੋਸ਼ ਸੰਭਾਲ ਲੈਂਦਾ। ਛੋਟੇ ਹੁੰਦਿਆਂ ਜੋ ਕੋਈ ਪਿਆਰ ਦੇ ਵਿੱਚ ਆ ਕੇ ਕੋਈ 100 ਦਮੜਾ ਫੜਾਉਂਦਾ ਨਾ ਬੱਚੇ ਨੂੰ ਆਸ਼ੀਰਵਾਦ ਵਾਸਤੇ, ਉਹਨੂੰ ਘੁੱਟ ਕੇ ਫੜ ਲੈਂਦਾ ਹੈ। ਬਚਪਨ ਤੋਂ ਹੀ ਮਾਇਆ ਨਾਲ ਮੋਹ ਪੈ ਗਿਆ। ਥੋੜ੍ਹਾ ਜਿਹਾ ਵੱਡਾ ਜਵਾਨ ਹੋਇਆ, ਮਾਇਆ ਦੀ ਕਮਾਉਣ ਦੀ ਇੱਛਾ ਪੈਦਾ ਹੋ ਗਈ। ਹੋਰ ਵੱਡਾ ਹੋ ਗਿਆ, ਹੁਣ ਜੋੜਨ ਦੀ ਇੱਛਾ ਹੋ ਗਈ ਹੈ। ਹੋਰ ਵੱਡਾ ਹੋਇਆ, ਉਮਰਾਂ ਦਾ ਪੜਾਅ ਵਧਿਆ, ਹੁਣ ਅੱਗੇ ਪਰਿਵਾਰ ਦੀ ਜ਼ਿੰਮੇਵਾਰੀ ਪੈ ਗਈ ਹੈ। ਮਹਾਰਾਜ ਕਹਿਣ ਲੱਗੇ ਧਨ, ਧਨ ਕਹੀਏ ਮਾਇਆ ਪਦਾਰਥ, ਇਹਨਾਂ ਨੂੰ ਜੋੜਦਾ ਪਿਆ। ਦਾਰਾ ਨਾਮ ਗੁਰਮੁਖੋ ਇਸਤਰੀ ਦਾ, ਘਰ ਵਾਲੀ ਪਤਨੀ ਦਾ। ਫਿਰ ਪਤਨੀ ਦੇ ਸ਼ੌਂਕ ਪੂਰੇ ਕਰਨੇ, ਲੋੜਾਂ ਪੂਰੀਆਂ ਕਰਨੀਆਂ। ਪਤਨੀ ਤੋਂ ਅੱਗੇ ਬੱਚੇ, ਫਿਰ ਬੱਚਿਆਂ ਦੀਆਂ ਲੋੜਾਂ ਪੂਰੀਆਂ ਕਰਨੀਆਂ, ਘਰ ਦੀਆਂ ਜ਼ਿੰਮੇਵਾਰੀਆਂ। ਪਾਤਸ਼ਾਹ ਕਹਿਣ ਲੱਗੇ ਸੰਪਤ ਸਗਲ। ਸੰਪਤ ਤੋਂ ਭਾਵ ਹੁੰਦਾ ਗੁਰਮੁਖੋ, ਜਿਵੇਂ ਘਰ ਦੇ ਵਿੱਚ ਮੰਨ ਲਓ ਕਿਸੇ ਦੇ ਮੱਝਾਂ ਹੋਣ, ਗਾਵਾਂ ਹੋਣ, ਦੁੱਧ ਵਾਲੀਆਂ ਲਵੇਰੀਆਂ, ਜਾਂ ਹਾਥੀ ਘੋੜੇ ਹੋਣ ਸਵਾਰੀ ਵਾਸਤੇ, ਘਰ ਵਿੱਚ ਸੋਨਾ ਚਾਂਦੀ, ਇਹਨੂੰ ਸੰਪਤ ਕਿਹਾ ਜਾਂਦਾ ਹੈ। ਅੱਜ ਦੇ ਸਮੇਂ ਆਪਾਂ ਕਹਿ ਸਕਦੇ ਹਾਂ ਵੀ ਮੋਟਰਸਾਈਕਲ ਹੈ ਜਾਂ ਕਾਰ ਹੈ, ਗਹਿਣੇ ਗੱਟੇ ਵਗੈਰਾ, ਇਹ ਜੋ ਵੀ ਮੱਝਾਂ ਗਾਵਾਂ, ਇਹ ਸੰਪਤੀ ਤੇਰੇ ਕੋਲ ਬੜੀ ਹੈ। ਧਨ ਪਦਾਰਥ ਤੇ ਬਹੁਤਾ ਜੋੜ ਕੇ ਬੈਠਾ ਹੈ। ਜਿਨ ਆਪਣੀ ਕਰਮਾਨ। ਬੰਦਾ ਇਹਨਾਂ ਨੂੰ ਆਪਣੀ ਕਰਕੇ ਮੰਨਦਾ ਹੈ ਵੀ ਆਹ ਮਾਇਆ ਮੇਰੀ ਹੈ, ਆਹ ਪਰਿਵਾਰ ਮੇਰਾ ਹੈ, ਆਹ ਮੱਝਾਂ ਗਾਵਾਂ ਊਠ ਹਾਥੀ ਘੋੜੇ ਕਾਰਾਂ ਮੋਟਰਾਂ ਇਹ ਸਾਰੀਆਂ ਮੇਰੀਆਂ, ਮੇਰੇ ਨਾਂ ਹੀ ਨੇ। ਇਹਨਾਂ ਦੀਆਂ ਜਿਹੜੀਆਂ ਹਨ ਉਸ ਵੇਲੇ ਕਾਗਜ਼ ਪੱਤਰ ਮੇਰੇ ਨਾਂ ਨੇ, ਮੈਂ ਇਹਨਾਂ ਦਾ ਮਾਲਕ ਹਾਂ। ਸਭ ਨੂੰ ਆਪਣੀ ਮੰਨ ਕੇ ਬੈਠਾ ਵੀ ਇਹ ਸਭ ਕੁਝ ਮੇਰਾ ਹੈ। ਇਨ ਮੈਂ ਕਛ ਸੰਗੀ ਨਹੀਂ। ਪਰ ਗੁਰਮੁਖੋ ਜਦੋਂ ਮੌਤ ਦਾ ਸਮਾਂ ਆਉਣਾ ਨਾ, ਜਮਾਂ ਨੂੰ ਕਹੇਗਾ ਨਾ ਮੇਰੀ ਸਾਰੀ ਮਾਇਆ ਲੈ ਲਓ, ਮੈਨੂੰ ਥੋੜ੍ਹਾ ਜਿਹਾ ਸਮਾਂ ਦੇ ਦਿਓ, ਨਹੀਂ ਇਸ ਮਾਇਆ ਨੇ ਤੈਨੂੰ ਥੋੜ੍ਹਾ ਜਿਹਾ ਸਮਾਂ ਵੀ ਨਹੀਂ ਦਿਵਾਉਣਾ ਹੈ। ਤੂੰ ਇਹ ਗੱਲ ਕਹੇਂਗਾ ਵੇਖੋ ਕਿੱਡਾ ਵੱਡਾ ਮੇਰਾ ਪਰਿਵਾਰ, ਧੀਆਂ ਪੁੱਤਰ ਰੋਂਦੇ ਪਏ,
ਮੈਨੂੰ ਜਾਣ ਨਹੀਂ ਦਿੰਦੇ, ਇਹਨਾਂ ਦੇ ਤਰਸ ਖਾ ਕੇ ਥੋੜ੍ਹਾ ਜਿਹਾ ਸਮਾਂ ਦੇ ਦਿਓ। ਨਹੀਂ, ਫਿਰ ਵੀ ਨਹੀਂ ਮਿਲਣਾ ਹੈ। ਮੱਝਾਂ ਗਾਵਾਂ ਧਨ ਪਦਾਰ ਜਿੰਨਾ ਵੀ ਹੈ, ਇਹਦੇ ਵਿੱਚੋਂ ਤੇਰੇ ਨਾਲ ਕੁਝ ਨਹੀਂ ਜਾਣਾ। ਕਿਸੇ ਨੂੰ ਵੇਖ ਕੇ ਤੈਨੂੰ ਸਮਾਂ ਨਹੀਂ ਮਿਲਣਾ ਜ਼ਿੰਦਗੀ ਦਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਬਚਨ ਲਿਖੇ, ਪੌਣ ਭੰਡਾਰ ਧਰਾ ਗੜ ਜੇਤਕ, ਤਿਆਗਤ ਪ੍ਰਾਨ ਬਗਾਨ ਕਹੇ ਹੈ। ਪਾਤਸ਼ਾਹ ਕਹਿਣ ਲੱਗੇ, ਬੰਦਿਆ ਜਿੰਨੇ ਕਿਲੇ ਬਣਾਏ, ਜਿੰਨੇ ਦੇਸ਼ ਬਣਾਏ, ਜਿੰਨੀਆਂ ਜ਼ਮੀਨਾਂ ਬਣਾਈਆਂ, ਜਿੰਨਾ ਪਰਿਵਾਰ ਬਣਾਇਆ, ਜਿਨ੍ਹਾਂ ਨੂੰ ਅੱਜ ਮੇਰਾ ਮੇਰਾ ਕਹਿੰਦਾ, ਜਿਸ ਦਿਨ ਤੇਰੇ ਪ੍ਰਾਣ ਨਿਕਲੇ ਇਹ ਸਭ ਕੁਝ ਬੇਗਾਨਾ ਹੋ ਜਾਣਾ। ਤੇਰੇ ਨਾਮ ਦੇ ਅੱਗੇ ਸਵਰਗੀਆ ਲੱਗ ਜਾਣਾ, ਲੇਟ ਲੱਗ ਜਾਣਾ। ਤੂੰ ਉਸ ਚੀਜ਼ ਦਾ ਮਾਲਕ ਨਹੀਂ ਰਹਿ ਜਾਣਾ, ਇਹਦੇ ਮਾਲਕ ਕਿਸੇ ਹੋਰ ਨੇ ਬਣ ਜਾਣਾ ਹੈ। ਜਿਨ੍ਹਾਂ ਨੂੰ ਆਪਣਾ ਸਮਝੀ ਬੈਠਾ, ਇਹਦੇ ਵਿੱਚੋਂ ਤੇਰੇ ਨਾਲ ਕੁਝ ਵੀ ਨਹੀਂ ਜਾਣਾ। ਜੇ ਤੂੰ ਬਾਅਦ ਵਿੱਚ ਆਖੇਂਗਾ ਨਾ ਵੀ ਦਾਨ ਪੁੰਨ ਕਰ ਲਵਾਂ, ਦਾਨ ਪੁੰਨ ਵੀ ਨਹੀਂ ਤੇਰੇ ਕੋਲੋਂ ਹੋਣਾ। ਕੋਈ ਬਜ਼ੁਰਗ ਮੰਜੇ ਤੇ ਲੰਮੇ ਪੈ ਗਿਆ ਨਾ, ਸਾਰੀ ਉਮਰ ਕਮਾਈ ਕਰਦਾ ਰਿਹਾ, ਜਦੋਂ ਵੇਖਿਆ ਵੀ ਹੁਣ ਮੈਂ ਬਚਣਾ ਨਹੀਂ, ਧੀਆਂ ਪੁੱਤਰਾਂ ਨੂੰ ਇਸ਼ਾਰਾ ਕਰਦਾ ਵੀ ਕੰਧਾਂ ਦੇ ਵਿੱਚ ਮੈਂ ਥੋੜ੍ਹੀ ਥੋੜ੍ਹੀ ਨਾ ਮਾਇਆ ਰੱਖੀ ਹੋਈ ਹੈ, ਚੋਰਾਂ ਤੋਂ ਬਚਾ ਕੇ ਕੰਧਾਂ ਵਿੱਚ ਹੀ ਰੱਖ ਦਿੱਤੀ ਵੀ ਚਲੋ ਸਮਾਂ ਆਵੇਗਾ ਤੇ ਕਿਤੇ ਵਰਤਾਂਗਾ। ਪੁੱਤਰਾਂ ਨੂੰ ਕੋਲ ਬੁਲਾ ਕੇ ਆਖਦਾ ਕੰਧਾਂ ਵਿੱਚੋਂ ਮਾਇਆ ਕੱਢੋ ਤੇ ਲੋਕਾਂ ਨੂੰ ਵੰਡ ਦਿਓ, ਮੇਰੇ ਨਾਂ ਦਾ ਦਾਨ ਪੁੰਨ ਹੀ ਕਰ ਦਿਓ, ਕੋਈ ਲੰਗਰ ਪ੍ਰਸ਼ਾਦਾ ਹੀ ਚਲਾ ਦਿਓ, ਮੈਨੂੰ ਸੀਸਾਂ ਮਿਲ ਜਾਣਗੀਆਂ। ਰਿਸ਼ਤੇਦਾਰ ਕੋਲ ਬੈਠੇ ਹੋਏ, ਉਹਨਾਂ ਨੇ ਪੁੱਛਿਆ ਪੁੱਤਰਾਂ ਨੂੰ, ਬਾਪੂ ਕੀ ਕਹਿੰਦਾ ਹੈ? ਹੁਣ ਪੁੱਤਰਾਂ ਨੂੰ ਇਹ ਲੱਗਾ ਬਾਪੂ ਤੇ ਚੱਲਿਆ, ਇਹ ਸਾਨੂੰ ਵੀ ਨੰਗ ਕਰਨਾ ਚਾਹੁੰਦਾ ਹੈ, ਮਾਇਆ ਲਟਾਉਣ ਦੀ ਗੱਲ ਕਰਦਾ ਪਿਆ, ਅਸੀਂ ਕਿਉਂ ਜਾਣ ਦਈਏ? ਪੁੱਤਰਾਂ ਨੇ ਬੜਾ ਸੋਹਣਾ ਜਵਾਬ ਦਿੱਤਾ, ਕਹਿਣ ਲੱਗੇ ਬਾਪੂ ਸਾਡਾ ਇਹ ਗੱਲ ਕਹਿੰਦਾ ਹੈ, ਆ ਜਿਹੜੀਆਂ ਕੰਧਾਂ ਮਹਿਲ ਮਾੜੀਆਂ ਬਣਾਈਆਂ ਸਾਰੀ ਉਮਰ ਇਹਨਾਂ ਨੂੰ ਮੈਂ ਬਣਾਉਂਦਾ ਰਿਹਾ, ਐਦਾਂ ਹੀ ਮੇਰੀ ਉਮਰ ਨਿਕਲ ਗਈ ਹੈ। ਇਹ ਨਹੀਂ ਦੱਸਿਆ ਵੀ ਉਹ ਕਹਿੰਦਾ ਮਾਇਆ ਇੱਥੇ ਪਈ ਹੈ, ਕੱਢ ਕੇ ਦਾਨ ਕਰ ਦਿਓ। ਨਹੀਂ, ਦਾਨ ਨਹੀਂ ਕਰਨਾ ਚਾਹੁੰਦੇ। ਪਾਤਸ਼ਾਹ ਕਹਿਣ ਲੱਗੇ, ਭਾਈ ਜਿੰਨੇ ਮਰਜ਼ੀ ਖਜ਼ਾਨੇ ਇਕੱਠੇ ਕੀਤੇ ਪਦਾਰਥ, ਇਹਦੇ ਵਿੱਚੋਂ ਤੇਰੇ ਨਾਲ ਕੁਝ ਨਹੀਂ ਜਾਣਾ ਹੈ। ਇਨ ਮੈਂ ਕਛ ਸੰਗੀ ਨਹੀਂ, ਇਹਦੇ ਵਿੱਚੋਂ ਕੋਈ ਵੀ ਪਦਾਰਥ ਤੇਰੇ ਨਾਲ ਨਹੀਂ ਜਾਣਾ। ਇਹ ਬਚਨ ਤੂੰ ਪੱਲੇ ਬੰਨ੍ਹ ਲੈਣਾ ਕਰ। ਨਾਨਕ ਸਾਚੀ ਜਾਨ, ਇਹ ਬਚਨ ਬਿਲਕੁਲ ਸੱਚਾ ਹੈ, ਅਟਲ ਬਚਨ ਹੈ। ਜ਼ਿੰਦਗੀ ਵਿੱਚ ਕਦੇ ਤਜਰਬਾ ਕਰਕੇ ਵੇਖ ਲਿਓ, ਕੋਈ ਵੀ ਦੁਨੀਆ ਦਾ ਪਦਾਰਥ ਵਿਅਕਤੀ ਦੇ ਨਾਲ, ਇੱਥੋਂ ਤੱਕ ਕਿ ਨੰਗਾ ਦੂਜਕ ਚੱਲਿਆ ਤਾਂ ਦਿਸੈ ਖਰਾ, ਡਰਾਵਣ, ਇਹ ਕੱਪੜੇ ਵੀ ਨਾਲ ਨਹੀਂ ਜਾਣੇ ਜਿਹੜੇ ਗਲ ਵਿੱਚ ਪਾਏ ਹੋਏ। ਮਹਿੰਗਾ ਜੇ ਗਲ ਵਿੱਚ ਗਹਿਣਾ ਗੱਟਾ ਪਾਇਆ ਪਹਿਲਾਂ ਹੀ ਉਤਾਰ ਲਿਆ ਜਾਣਾ, ਬਾਕੀ ਲੱਕੜਾਂ ਦੇ ਸੇਕ ਦੇ ਨਾਲ ਸਭ ਕੁਝ ਸੜ ਜਾਣਾ, ਸਰੀਰ ਦੇ ਨਾਲ ਕੁਝ ਨਹੀਂ ਜਾਣਾ ਹੈ। ਜੇ ਕਿਤੇ ਤੇਰਾ ਧਿਆਨ ਵਿੱਚ ਵੀ ਰਹਿ ਗਿਆ ਨਾ ਕਿਸੇ ਪਦਾਰਥ ਦੇ, ਤੇ ਫਿਰ ਜੇ ਤੂੰ ਕਿਸੇ ਨੂੰ ਦਿਸ ਵੀ ਪਿਆ ਤੇ ਉਹਨਾਂ ਨੇ ਤੈਨੂੰ ਚੰਗਾ ਨਹੀਂ ਸਮਝਣਾ। ਐਸੀ ਹਾਲਤ ਬਣ ਜਾਂਦੀ ਹੈ। ਇੱਕ ਬਚਨ ਆਪਾਂ ਪਿੱਛੇ ਜੇ ਸਰਵਣ ਕੀਤਾ ਸੀ ਆਪਣੇ ਸੰਨੀ ਇਨਕਲੇਵ ਵਿਖੇ ਨਾ, ਕੋਈ ਬਜ਼ੁਰਗ ਚੜ੍ਹਾਈ ਕਰ ਗਿਆ। ਚੜ੍ਹਾਈ ਕਰਨ ਤੋਂ ਥੋੜ੍ਹਾ ਸਮਾਂ ਪਹਿਲਾਂ ਉਹਨੇ ਕੋਠੀ ਬਣਾਈ, ਘਰ ਬਣਾਇਆ, ਬੜੀ ਮਿਹਨਤ ਨਾਲ ਬੜੀਆਂ ਸੋਹਣੀਆਂ ਵਸਤੂਆਂ ਲਿਆ ਲਿਆ ਕੇ ਕੋਠੀ ਵਿੱਚ ਲਾਉਂਦਾ ਰਿਹਾ। ਜਦੋਂ ਘਰ ਤਿਆਰ ਹੋ ਗਿਆ ਤੇ ਉਹਦੀ ਮੌਤ ਹੋ ਗਈ। ਮੌਤ ਹੋਣ ਕਰਕੇ ਉਹਦਾ ਧਿਆਨ ਘਰ ਵਿੱਚ ਰਹਿ ਗਿਆ ਵੀ ਇੰਨਾ ਸੋਹਣਾ ਘਰ ਬਣਾਇਆ ਸੀਗਾ, ਮੈਂ ਛੱਡ ਕੇ ਚੱਲਿਆ, ਮੈਨੂੰ ਰਹਿਣਾ ਨਹੀਂ ਮਿਲਿਆ। ਗੁਰਮੁਖੋ ਜਦੋਂ ਮਰਿਆ ਨਾ ਤੇ ਘਰ ਦੇ ਵਿੱਚ ਉਹਨਾਂ ਨੇ ਅਖੰਡ ਪਾਠ ਸਾਹਿਬ ਆਰੰਭ ਕਰਵਾਇਆ ਪਰਿਵਾਰ ਨੇ, ਤੇ ਪਰਿਵਾਰ ਵਾਲੇ ਦੱਸਣ ਵੀ ਸਾਨੂੰ ਆ ਕੇ ਮਿਲਦਾ ਸੁਪਨੇ ਦੇ ਵਿੱਚ। ਉਹ ਕਹਿੰਦਾ ਮੈਨੂੰ ਘਰੋਂ ਬਾਹਰ ਨਾ ਕੱਢਿਓ, ਮੈਨੂੰ ਬਾਹਰ ਜਾਣ ਦੀ ਮੇਰੀ ਅਰਦਾਸ ਨਾ ਕਰਵਾਇਓ, ਮੈਂ ਇੱਥੇ ਹੀ ਰਹਿਣਾ ਚਾਹੁੰਦਾ ਹਾਂ। ਐਸੀ ਹਾਲਤ ਬਣ ਗਈ, ਪਦਾਰਥ ਦੇ ਵਿੱਚ ਧਿਆਨ ਰਹਿ ਗਿਆ, ਪਦਾਰਥ ਨਾਲ ਨਹੀਂ ਗਿਆ, ਪਰ ਪਦਾਰਥ ਨੇ ਉਹਨੂੰ ਉੱਥੇ ਹੀ ਰੱਖ ਲਿਆ, ਉੱਥੇ ਉਹਦੀ ਆਤਮਾ ਭੜਕਦੀ ਪਈ। ਪਰਿਵਾਰ ਆਪ ਦੱਸੇ ਅਸੀਂ ਬੜੇ ਦੁਖੀ ਹਾਂ। ਮਹਾਰਾਜ ਕਹਿਣ ਲੱਗੇ, ਭਾਈ ਇਨ ਮੈਂ ਕਛ ਸੰਗੀ ਨਹੀਂ, ਇਹਦੇ ਵਿੱਚੋਂ ਕੋਈ ਤੇਰਾ ਸੰਗੀ ਸਾਥੀ ਨਹੀਂ ਹੈ। ਨਾਨਕ ਸਾਚੀ ਜਾਨ, ਇਹ ਬਚਨ ਸੱਚਾ ਅਟਲ ਬਚਨ ਆਪਣੇ ਮਨ ਦੇ ਵਿੱਚ ਜਾਣ ਲਾ। ਪਾਤਸ਼ਾਹ ਕਹਿਣ ਲੱਗੇ, ਧਨ ਦਾਰਾ ਸੰਪਤ ਸਗਲ, ਜਿੰਨੇ ਤੇਰੇ ਕੋਲ ਪਦਾਰਥ ਵਸਤੂਆਂ ਮਾਇਆ ਹੈ, ਤੇਰੀ ਘਰਵਾਲੀ ਹੈ, ਤੇਰੇ ਪੁੱਤਰ ਧੀਆਂ ਪਰਿਵਾਰ, ਸੰਪਤੀ ਹਾਥੀ ਘੋੜੇ ਮੋਟਰ ਗੱਡੀਆਂ ਕਾਰਾਂ, ਜੋ ਵੀ ਤੇਰੇ ਕੋਲ ਹੈ, ਇਹਨਾਂ ਨੂੰ ਆਪਣੀ ਕਰਕੇ ਸਮਝੀ ਬੈਠਾ ਹੈ ਵੀ ਇਹ ਸਭ ਕੁਝ ਮੇਰਾ ਹੈ, ਮੈਂ ਇਹਦਾ ਮਾਲਕ ਹਾਂ। ਪਾਤਸ਼ਾਹ ਕਹਿਣ ਲੱਗੇ, ਇਨ ਮੈਂ ਕਛ ਸੰਗੀ ਨਹੀਂ, ਇਹਦੇ ਵਿੱਚੋਂ ਤੇਰਾ ਕੁਝ ਵੀ ਤੇਰੇ ਨਾਲ ਜਾਣ ਵਾਲਾ ਸਾਥੀ ਨਹੀਂ ਹੈ, ਕਿਸੇ ਨੇ ਤੇਰੇ ਨਾਲ ਨਹੀਂ ਤੁਰਨਾ, ਨਾ ਪਦਾਰਥ ਨੇ ਨਾ ਮਾਇਆ ਨੇ। ਨਾਨਕ ਸਾਚੀ ਜਾਨ, ਇਹ ਬਚਨ ਸੱਚਾ ਜਾਨ, ਇਹਨੂੰ ਮੰਨ ਲੈ, ਇਸ ਬਚਨ ਨੂੰ ਵੀ ਇਸੇ ਤਰ੍ਹਾਂ ਹੋਣਾ ਹੈ। ਇਹ ਗੁਰੂ ਤੇਗ ਬਹਾਦਰ ਪਾਤਸ਼ਾਹ ਦੀਆਂ ਨੇ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਰਹਿੰਦੇ ਸ਼ਲੋਕਾਂ ਦੀ ਵਿਚਾਰ ਆਪਾਂ ਅਗਲੇ ਦੀਵਾਨ ਵਿੱਚ ਫਿਰ ਸ਼ੁਰੂ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ, ਲੇਖਾ ਕਤਹਿ ਨ ਛੂਟੀਆ, ਬਖਸ਼ਨਹਾਰ ਬਖਸ਼ ਲੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ। 17 ਤਰੀਕ ਨੂੰ ਮਹਾਰਾਜ ਜੀਆਂ ਦੇ ਗੁਰਪੁਰਬ ਪ੍ਰਾਪਤ ਹੋ ਰਹੇ ਨੇ। 15